ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਸਾਰਿਆਂ ਨੂੰ ਜੈਮਸੀ ਦੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਚਾਹੇ ਤੇਰੇ ਪਾਪ ਲਾਲ ਰੰਗ ਵਰਗੇ ਕਿਉਂ ਨਾ ਹੋਣ, ਮੈਂ ਉਹਨਾਂ ਨੂੰ ਵੀ ਆਪਣੇ ਲਹੂ ਨਾਲ ਧੋ ਕੇ ਸਾਫ਼ ਕਰ ਦਾਂਗਾ। ਅੱਜ ਤੁਹਾਨੂੰ ਅਸੀਂ ਐਸੇ ਗਵਾਹ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬਹੁਤ ਵੱਡੀ ਤਰੀਕੇ ਨਾਲ ਪਰਮੇਸ਼ਵਰ ਉਹਨਾਂ ਨੂੰ ਇਸਤੇਮਾਲ ਕਰ ਰਹੇ ਆ। ਔਰ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜੇ ਰੂਹ ਔਰ ਸੱਚਾਈ ਦੇ ਨਾਲ ਆਰਾਧਨਾ ਕਰਦੇ ਆ, ਪਰਮੇਸ਼ਵਰ ਐਸੇ ਆਰਾਧਕਾਂ ਨੂੰ ਲੱਭਦਾ ਆ। ਅੱਜ ਅਸੀਂ ਤੁਹਾਨੂੰ ਐਸੇ ਗਵਾਹ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਪਰਮੇਸ਼ਵਰ ਬਹੁਤ ਆਏ ਦੇ ਨਾਲ ਇਸਤੇਮਾਲ ਕਰ ਰਿਹਾ। ਅਸੀਂ ਮਿਲਾਂਗੇ ਬ੍ਰਦਰ ਗਿਲਦੀਪ ਜੀ ਨਾਲ। ਜੈਮਸੀ ਬ੍ਰਦਰ ਜੀ। ਜੈਮਸੀ ਦੀ ਬ੍ਰਦਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਉਹ ਬ੍ਰਦਰ ਜੀ, ਸਭ ਤੋਂ ਪਹਿਲੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਰਸ਼ਕਾਂ ਨੂੰ ਆਪਣਾ ਇੰਟਰੋਡਕਸ਼ਨ ਦਿਓ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿੱਥੇ ਸੇਵਕਾਈ ਕਰ ਰਹੇ ਹੋ। ਸਾਰਿਆਂ ਨੂੰ ਜੈਮਸੀ ਦੀ। ਮੇਰਾ ਨਾਮ ਵਰਸ਼ਿਪਰ ਗਿਲਦੀਪ ਔਰ ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਔਰ ਮੈਂ ਅੰਕਨੂਲਾ ਮਿਨਿਸਟਰੀ ਦੇ ਵਿੱਚ ਸੇਵਕਾਈ ਕਰ ਰਿਹਾ, ਵਰਸ਼ਿਪ ਕਰ ਰਿਹਾ। ਸੋ ਬ੍ਰਦਰ ਜੀ, ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹਾਂਗੇ ਕਿ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਜੀਵਨ ਕਿੱਦਾਂ ਦਾ ਸੀ। ਬ੍ਰਦਰ ਜੀ, ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਮੇਰਾ ਜੀਵਨ ਜਿਹੜਾ ਸੀਗਾ ਉਹ ਇੱਕ ਦੁਨਿਆਵੀ ਤੌਰ ਦੇ ਉੱਤੇ ਦੁਨੀਆ ਦੀਆਂ ਚੀਜ਼ਾਂ ਦੇ ਪਿੱਛੇ ਮੈਂ ਭੱਜਦਾ ਹੁੰਦਾ ਸੀਗਾ। ਮੇਰੇ ਮਾਈਂਡ ਦੇ ਉੱਤੇ ਉਹ ਇੱਕ ਪ੍ਰੈਸ਼ਰ ਰਹਿੰਦਾ ਹੁੰਦਾ ਸੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਸੋਚਦਾ ਕਿ ਮੈਂ ਇੱਕ ਬਹੁਤ ਵੱਡਾ ਆਰਟਿਸਟ ਬਣਨਾ ਹੈ, ਇੱਕ ਲਗਜ਼ਰੀ ਲਾਈਫ ਨੂੰ ਮੈਂ ਜੀਣਾ ਚਾਹੁੰਦਾ। ਬਟ ਮੈਂ ਜੋ ਸੋਚਦਾ ਸੀਗਾ ਉਹ ਗਲਤ ਸੀ। ਪਰ ਖੁਦਾ ਦੇ ਵਚਨ ਦੇ ਵਿੱਚ ਲਿਖਿਆ, ਬਾਈਬਲ ਸਾਨੂੰ ਦੱਸਦੀ ਆ ਕਿ ਤੇਰੀ ਸੋਚਣੀ ਦੇ ਵਿੱਚ ਤੇ ਮੇਰੀ ਸੋਚਣੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਹਾਲੇਲੂਇਆ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹ ਸੋਚਦਾ ਸੀ ਕਿ ਮੈਂ ਜਿੰਨੇ ਬਾਲੀਵੁੱਡ ਦੇ ਸਿੰਗਰ ਨੇ ਤਾਂ ਉਹਨਾਂ ਦੇ ਨਾਲ ਕੰਮ ਕਰਾਂ, ਐਕਟਰ ਨੇ ਉਹਨਾਂ ਦੇ ਨਾਲ ਬੈਕਗਰਾਊਂਡ 'ਤੇ ਮੈਂ ਸਿੰਗਿੰਗ ਕਰਾਂ, ਇੱਕ ਪਲੇਬੈਕ ਸਿੰਗਰ ਬਣਨਾ ਚਾਹੁੰਦਾ ਸੀ, ਲਗਜ਼ਰੀ ਲਾਈਫ ਜੀਣਾ ਚਾਹੁੰਦਾ ਸੀ। ਉਹ ਫਿਤੂਰ ਨੇ ਮੇਰੇ ਮਾਈਂਡ ਦੇ ਉੱਤੇ ਇੰਨਾ ਪ੍ਰੈਸ਼ਰ ਪਾਇਆ ਕਿ ਮੈਂ ਚਾਹੁੰਦਾ ਸੀ ਕਿ ਮੈਂ ਵੱਡੇ ਰਿਐਲਿਟੀ ਸ਼ੋਅਜ਼ ਦੇ ਵਿੱਚ ਪਰਫਾਰਮ ਕਰ ਚੁੱਕਾ, ਜਿਵੇਂ ਕਿ ਕਲਰਸ ਟੀਵੀ ਦੇ ਉੱਤੇ ਰਾਈਜ਼ਿੰਗ ਸਟਾਰ ਸ਼ੋਅ ਜਿਹੜਾ ਚੱਲਦਾ, ਜਿੱਥੇ ਬਿਗ ਬੌਸ ਵੀ ਚੱਲਦਾ ਹੁੰਦਾ ਸੀ, ਉਸ ਚੈਨਲ ਦੇ ਉੱਤੇ ਮੈਂ ਪਰਫਾਰਮ ਕਰ ਚੁੱਕਾ। ਗ੍ਰੈਂਡ ਫਿਨਾਲੇ ਤੱਕ ਮੈਂ ਪਰਫਾਰਮ ਕੀਤਾ ਉੱਥੇ ਰਾਈਜ਼ਿੰਗ ਸਟਾਰ ਦੇ ਵਿੱਚ। ਆਫਰਿੰਗ ਗਰੁੱਪ ਸੀਗਾ ਸਾਡਾ ਔਰ ਉੱਥੇ ਆਪਾਂ ਪਰਫਾਰਮ ਕੀਤਾ। ਵੱਡੇ ਆਰਟਿਸਟ ਜਿੰਨੇ ਸੀਗੇ ਬਾਲੀਵੁੱਡ ਦੇ, ਉਹਨਾਂ ਦੇ ਸਾਹਮਣੇ ਮੈਂ ਗਾਇਆ ਆ। ਔਰ ਜਿਨ੍ਹਾਂ ਆਰਟਿਸਟਾਂ ਦੇ ਪਿੱਛੇ ਲੋਕੀ ਭੱਜਦੇ ਆ, ਉਹਨਾਂ ਨੂੰ ਦੇਖਣ ਨੂੰ ਇੰਨੇ ਡਾਲਰਸ ਦੀ ਟਿਕਟ ਲੈਂਦੇ ਆ, ਇੰਨੇ ਪੈਸੇ ਦੀ ਟਿਕਟ ਲੈਂਦੇ ਆ, ਉਹਨਾਂ ਦੇ ਸਾਹਮਣੇ ਮੈਂ ਪਰਫਾਰਮ ਕਰ ਚੁੱਕਾ। ਮੈਂ ਚਾਹੁੰਦਾ ਸੀ ਕਿ ਮੈਂ ਵੀ ਇਹਨਾਂ ਵਰਗਾ ਬਣਨਾ ਆ। ਬਟ ਮੇਰੀ ਸੋਚ ਉਹ ਕਹਿੰਦੇ ਆਪਾਂ ਕਿ ਉਹ ਗਲਤ ਸੀ, ਕਿ ਮੈਂ ਗਲਤ ਸੋਚਦਾ ਸੀ ਕਿ ਇਹ ਸਹੀ ਨੇ। ਬਟ ਜਦੋਂ ਉਹਨਾਂ ਦੀ ਪਰਦੇ ਦੇ ਪਿੱਛੇ ਵਾਲੀ ਆਪਾਂ ਲਾਈਫ ਦੇਖਦੇ ਹਾਂ, ਉਹ ਜਦੋਂ ਆਪਾਂ ਨਿਊਜ਼ ਕਈ ਸੁਣਦੇ ਹਾਂ ਕਿ ਆਹ ਐਕਟਰ ਦੇ ਨਾਲ ਇੱਦਾਂ ਹੋ ਗਿਆ, ਆਹ ਐਕਟਰ ਦੇ ਨਾਲ ਇੱਦਾਂ ਹੋ ਗਿਆ, ਮੈਂ ਸੋਚਦਾ ਮੈਂ ਕਿਹਾ ਯਾਰ ਇੰਨਾ ਫੇਮ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਲਾਈਫ ਦੇ ਵਿੱਚ ਇੰਨਾ ਕੁਛ ਡਿਸਪਿਊਟ ਚੱਲ ਰਿਹਾ, ਕੋਈ ਨਸ਼ੇ ਦੇ ਵਿੱਚ, ਕੋਈ ਕਿਸੇ ਚੀਜ਼ 'ਚ, ਕੋਈ ਕਿਸੇ ਚੀਜ਼ ਦੇ ਵਿੱਚ, ਕਿ ਮਤਲਬ ਵੀ ਇਹਨਾਂ ਨੂੰ ਜਿਹਨੂੰ ਵੀ ਇਹ ਮੰਨਦੇ ਤਾਂ ਇਹਨਾਂ ਨੂੰ ਸ਼ਾਂਤੀ ਨਹੀਂ ਹੈਗੀ ਇਸ ਚੀਜ਼ ਦੀ। ਇੰਨਾ ਪੈਸਾ ਵੀ ਹੋਣ ਦੇ ਬਾਵਜੂਦ ਸ਼ਾਂਤੀ ਨਹੀਂ ਹੈਗੀ ਲਾਈਫ 'ਚ। ਇਹ ਕੀ ਚੱਲ ਰਿਹਾ ਨਾ ਸਭ ਕੁਛ। ਬਟ ਮੈਂ ਇਹ ਸੋਚਦਾ ਰਹਿੰਦਾ ਹੁੰਦਾ ਕਿ ਮੈਂ ਜੇ ਲਾਈਫ ਜੀਣੀ ਹੈ ਪਰ ਮੈਂ ਵਧੀਆ ਤਰੀਕੇ ਨਾਲ ਜੀਣੀ ਹੈ। ਪਰ ਮੈਂ ਬ੍ਰਦਰ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਸੋਚਦਾ ਹੁੰਦਾ ਕਿ ਵਧੀਆ ਤਰੀਕੇ ਨਾਲ ਲਾਈਫ ਜੀਣੀ, ਲਗਜ਼ਰੀ ਲਾਈਫ ਜੀਣੀ ਹੈ। ਮਾਈਂਡ 'ਤੇ ਜਿਹੜਾ ਪ੍ਰੈਸ਼ਰ ਰਹਿੰਦਾ ਹੁੰਦਾ ਸੀਗਾ, ਇੱਕ ਡਿਪਰੈਸ਼ਨ ਰਹਿੰਦਾ ਹੁੰਦਾ ਸੀ ਕਿ ਬਣਿਆ ਨਹੀਂ ਕੁਛ ਵੀ। ਘਰ ਦੇ ਕਹਿੰਦੇ ਹੁੰਦੇ ਸੀ, ਫਾਦਰ ਮੇਰੇ ਕਹਿੰਦੇ ਕਿ ਪੜ੍ਹਿਆ ਲਿਖਿਆ, ਮੈਂ ਲਵਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ, ਉੱਥੇ ਮੈਂ 4 ਸਾਲ ਦੀ ਮਿਊਜ਼ਿਕ ਦੇ ਵਿੱਚ ਡਿਗਰੀ ਕੀਤੀ ਹੈ, BPA ਕੀਤੀ ਹੈ, ਬੈਚਲਰ ਆਫ ਪਰਫਾਰਮਿੰਗ ਆਰਟਸ। ਅਤੇ ਮੈਂ ਉਹਦੇ ਵਿੱਚ ਸਟੱਡੀ ਕੀਤੀ। ਮੈਂ 2 ਸਾਲ ਨੈਸ਼ਨਲ ਵਿਨਰ ਵੀ ਰਿਹਾ ਕਵਾਲੀ ਕੰਪੀਟੀਸ਼ਨ ਦੇ ਵਿੱਚ। ਮੇਰੀ ਸਟੱਡੀ ਜਿਹੜੀ ਉਹ ਫ੍ਰੀ ਆਫ ਕਾਸਟ ਹੋਈ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇੰਨਾ ਕੁਛ ਬਾਵਜੂਦ ਹੋਣ ਦੇ ਵੀ ਮੈਨੂੰ ਉਹ ਫੇਮ ਨਹੀਂ ਮਿਲਿਆ। ਮੈਂ ਜਿੱਥੇ ਪਹੁੰਚਣਾ ਚਾਹੁੰਦਾ ਸੀ, ਮੈਂ ਜੀਣਾ ਚਾਹੁੰਦਾ ਸੀ ਉਸ ਤਰੀਕੇ ਨਾਲ, ਪਰ ਉਹ ਚੀਜ਼ ਹੋਈ ਨਹੀਂ। ਮੇਰੇ ਇਹੀ ਦਿਮਾਗ ਦੇ ਉੱਤੇ ਪ੍ਰੈਸ਼ਰ ਹੁੰਦਾ ਕਿ ਮੈਂ ਉਸ ਮੁਕਾਮ ਨੂੰ ਕਿਵੇਂ ਪਾਵਾਂ। ਪਰ ਆਪਾਂ ਬਾਈਬਲ ਦੱਸਦੀ ਨੇ ਕਿ ਆਪਣੇ ਪਰਮੇਸ਼ਵਰ ਨੂੰ ਛੱਡ ਕੇ ਤੁਸੀਂ ਜਿੱਥੇ ਮਰਜ਼ੀ ਭੱਜ ਲਓ, ਕੁਛ ਨਹੀਂ ਤੁਸੀਂ ਕਰ ਸਕਦੇ। ਪ੍ਰਭੂ ਤੋਂ ਬਿਨਾਂ ਤੁਸੀਂ ਕੁਛ ਨਹੀਂ ਕਰ ਸਕਦੇ। ਮੈਨੂੰ ਨਹੀਂ ਪਤਾ ਸੀ ਕਿ ਜਿੰਦਾ ਪਰਮੇਸ਼ਵਰ ਜਿਹੜਾ ਯੀਸ਼ੂ ਮਸੀਹ ਹੈ। ਹਾਲੇਲੂਇਆ। ਅਤੇ ਮੈਂ ਜਦੋਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣਿਆ, ਮਸੀਹ ਤੋਂ ਆਉਣ ਤੋਂ ਪਹਿਲਾਂ ਮੇਰੀ ਲਾਈਫ ਇਹ ਸੀਗੀ ਕਿ ਮੈਂ ਡਿਪਰੈਸ਼ਨ ਰਹਿੰਦਾ ਹੁੰਦਾ ਸੀ, ਇੱਕ ਪ੍ਰੈਸ਼ਰ ਰਹਿੰਦਾ ਹੁੰਦਾ ਸੀ ਦਿਮਾਗ ਦੇ ਉੱਤੇ ਕਿ ਮੈਂ ਚਾਹੁੰਦਾ ਕਿ ਮੈਨੂੰ ਇੱਕ ਪੀਸ ਮਿਲੇ, ਸ਼ਾਂਤੀ ਮਿਲੇ ਮੇਰੇ ਦਿਮਾਗ ਨੂੰ। ਉਹ ਜਦੋਂ ਕਦੀ ਇੱਧਰ ਭੱਜ ਗਏ, ਕਦੀ ਉੱਧਰ ਭੱਜ ਗਏ, ਕਦੀ ਇੱਥੇ ਪ੍ਰੋਗਰਾਮ ਕਰ ਲਿਆ, ਕਦੀ ਉੱਥੇ ਪ੍ਰੋਗਰਾਮ ਕਰ ਲਿਆ, ਉਹ ਚੀਜ਼ ਨਾਲ ਮੈਨੂੰ ਸ਼ਾਂਤੀ ਨਹੀਂ ਮਿਲੀ। ਪੈਸੇ ਤਾਂ ਕਮਾਉਂਦੇ ਹੀ ਸੀ ਬਟ ਸ਼ਾਂਤੀ ਨਹੀਂ ਹੁੰਦੀ ਸੀ। ਉਹ ਪੈਸੇ ਦੇ ਵਿੱਚ ਬਰਕਤ ਵੀ ਨਹੀਂ ਹੁੰਦੀ ਸੀ, ਕਿਉਂਕਿ ਉਹ ਸਾਰਾ ਪੈਸਾ ਤੁਹਾਨੂੰ ਪਤਾ ਹੀ ਆ ਕਿੱਥੋਂ ਆਉਂਦਾ, ਕਿੱਦਾਂ, ਹੈ ਨਾ, ਵੀ ਲੋਕੀ ਕਰਦੇ। ਮੈਂ ਉਹ ਚੀਜ਼ ਬੋਲਣਾ ਨਹੀਂ ਚਾਹੁੰਦਾ। ਬਟ ਉਹ ਪੀਸ ਮੇਰੀ ਲਾਈਫ ਦੇ ਵਿੱਚ ਨਹੀਂ ਸੀਗਾ, ਉਹ ਸ਼ਾਂਤੀ ਮੇਰੀ ਲਾਈਫ ਦੇ ਵਿੱਚ ਨਹੀਂ ਸੀ। ਮਸੀਹ ਤੋਂ ਆਉਣ ਤੋਂ ਪਹਿਲਾਂ ਮੇਰੀ ਲਾਈਫ ਇੱਦਾਂ ਦੀ ਸੀ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਅੱਜ ਨੌਜਵਾਨ ਮੁੰਡੇ ਕੁੜੀਆਂ ਆ, ਉਹ ਇਹ ਜਿਹੜੀ ਲਾਈਫ ਤੁਸੀਂ ਜੀ ਚੁੱਕੇ ਹੋ ਪਹਿਲੇ, ਉਹ ਇਹ ਲਾਈਫ ਨੂੰ ਚਾਹੁੰਦੇ ਆ ਕਿ ਅਸੀਂ ਇਹ ਲਾਈਫ ਨੂੰ ਜੀਏ।
ਜੀ ਮਤਲਬ ਪਰ ਤੁਸੀਂ ਉਹ ਲਾਈਫ ਦੇ ਵਿੱਚੋਂ ਬਾਹਰ ਨਿਕਲੇ ਹੋ। ਹਾਂਜੀ। ਉਹ ਲਾਈਫ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਸ਼ਾਂਤੀ ਨਹੀਂ ਸੀ, ਜੀ ਕਿ ਉਸ ਦੌਰਾਨ ਤੁਸੀਂ ਨਸ਼ਾ ਵੀ ਕਰਦੇ ਸੀ? ਜੀ ਹਾਂਜੀ, ਮੈਂ ਤੁਹਾਨੂੰ ਇਹ ਸੱਚ ਹੀ ਕਹਿਣਾ, ਕਿਉਂਕਿ ਸਾਡਾ ਪਰਮੇਸ਼ਵਰ ਜਾਣਦਾ ਹੈ। ਮੈਂ ਆਪਣੀ ਗਵਾਹੀ 'ਚ ਪਹਿਲਾਂ ਵੀ ਬੋਲਿਆ ਕਿ ਮਸੀਹ 'ਚ ਆਉਣ ਤੋਂ ਪਹਿਲਾਂ ਮੈਂ ਨਸ਼ੇ ਕਰਦਾ ਹੁੰਦਾ, ਡਰਿੰਕ ਕਰਦਾ ਹੁੰਦਾ, ਸਮੋਕ ਕਰਦਾ ਹੁੰਦਾ ਸੀਗਾ, ਤੇ ਗਲਤ ਕੰਮਾਂ ਦੇ ਵਿੱਚ ਸੀਗੇ, ਆਪਾਂ ਪਾਪ ਦੇ ਵਿੱਚ ਸੀਗੇ। ਔਰ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਕਿ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ। ਮੈਂ ਧਰਮੀਆਂ ਨੂੰ ਨਹੀਂ, ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ। ਅਸੀਂ ਇਹ ਸੋਚਦੇ ਕਿ ਸਾਡੇ ਕੋਈ ਗੁਨਾਹ ਵੀ ਮਾफ़ ਕਰ ਸਕਦਾ, ਸਾਡੇ ਪਾਪ ਵੀ ਖਤਮ ਕਰ ਸਕਦਾ ਕੋਈ। ਜਿੱਥੇ ਅਸੀਂ ਜਾਣਾ, ਕਦੀ ਇੱਧਰ ਕਦੀ ਉੱਧਰ ਜਾਣਾ, ਮੱਥੇ ਟੇਕਣੇ, ਸੋਚੀਦਾ ਵੀ ਸਾਡੇ ਗੁਨਾਹ ਮਾफ़ ਕਰ ਦਿਓ, ਪਰ ਉਹ ਸਾਡੇ ਗੁਨਾਹ ਨਹੀਂ ਮਾफ़ ਕਰ ਸਕਦੇ। ਬਾਈਬਲ ਦੱਸਦੀ ਕਿ ਇੱਕੋ ਹੀ ਮਾਤਰ ਪਰਮੇਸ਼ਵਰ ਹੈ, ਪ੍ਰਭੂ ਯਿਸੂ ਮਸੀਹ, ਜਿਹੜਾ ਸਾਡੇ ਗੁਨਾਹ ਵੀ ਮਾफ़ ਕਰਦਾ। ਹਾਲੇਲੂਇਆ। ਤੇ ਮੈਂ ਪਾਪ ਦੇ ਵਿੱਚ ਸੀਗਾ, ਡਰਿੰਕ ਕਰਨੀ, ਸ਼ਰਾਬ ਪੀਣੀ, ਮਤਲਬ ਸਮੋਕ ਕਰਨਾ, ਗਾਲਾਂ ਕੱਢਣੀਆਂ, ਗਲਤ ਰਿਲੇਸ਼ਨਸ਼ਿਪ, ਇਹ ਸਭ ਚੀਜ਼ਾਂ ਦੇ ਵਿੱਚ ਸੀਗਾ। ਇਹਨਾਂ ਚੀਜ਼ਾਂ ਤੋਂ ਮੈਂ ਜਿੰਨੇ ਮੇਰੇ ਯੰਗਸਟਰਸ ਭੈਣ ਭਰਾ ਮੈਨੂੰ ਦੇਖ ਰਹੇ ਆ, ਮੈਂ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਤੁਸੀਂ ਯਿਸੂ ਮਸੀਹ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਉਹਨੂੰ ਛੱਡ ਕੇ ਤੁਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਜਿੰਦਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਆ। ਉਹ ਇੱਕ ਮਾਤਰ ਜੀਵਿਤ ਪਰਮੇਸ਼ਵਰ ਆ। ਉਹ ਕਹਿੰਦਾ ਜਿਵੇਂ ਤੇਰੇ ਬੁਲਾਉਣ ਵਾਲਾ ਪਵਿੱਤਰ, ਤੂੰ ਵੀ ਉੱਦਾਂ ਪਵਿੱਤਰ ਬਣ। ਮੈਂ ਪ੍ਰਭੂ ਨੂੰ ਕਿਹਾ ਕਿ ਪ੍ਰਭੂ ਮੇਰੇ ਗੁਨਾਹ ਨੂੰ, ਮੇਰੇ ਜਿੰਨੇ ਗੁਨਾਹ, ਮੇਰੇ ਗੁਨਾਹਾਂ ਨੂੰ ਮਾफ़ ਕਰ, ਮੈਨੂੰ ਪਾਕ ਕਰ, ਮੈਨੂੰ ਸਾਫ਼ ਕਰ, ਪਵਿੱਤਰ ਕਰ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜੇ ਧਰਮੀ ਲੋਕ ਨੇ, ਉਹ ਜਿਹੜੇ ਪਵਿੱਤਰ ਲੋਕ ਨੇ, ਉਹ ਪਰਮੇਸ਼ਵਰ ਨੂੰ ਦੇਖਣਗੇ। ਹਾਲੇਲੂਇਆ। ਤੇ ਮੈਂ ਪ੍ਰਭੂ ਨੂੰ ਕਿਹਾ, ਪ੍ਰਭੂ ਅਗਰ ਮੈਂ ਤੈਨੂੰ ਦੇਖਣਾ ਤਾਂ ਪਹਿਲਾਂ ਮੈਨੂੰ ਸਾਫ਼ ਕਰ, ਆਪਣੇ ਲਹੂ ਨਾਲ ਧੋ, ਮੈਨੂੰ ਪਾਕ ਕਰ, ਮੈਨੂੰ ਸਾਫ਼ ਕਰ। ਮੇਰੇ ਜਿੰਨੇ ਭੈਣ ਭਰਾ ਮੈਨੂੰ ਦੇਖਦੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪ੍ਰਭੂ ਯਿਸੂ ਮਸੀਹ ਨੂੰ ਤੁਸੀਂ ਅਸੈਪਟ ਕਰੋ ਤੇ ਪ੍ਰਭੂ ਨੂੰ ਜਾਣੋ, ਜਿੰਦਾ ਪਰਮੇਸ਼ਵਰ ਨੂੰ ਜਾਣੋ, ਜਿਹੜਾ ਤੁਹਾਡੇ ਗੁਨਾਹਾਂ ਨੂੰ ਮਾਫ਼ ਕਰਦਾ। ਸੋ ਬ੍ਰਦਰ ਜੀ, ਤੁਸੀਂ ਕਿਸ ਤਰ੍ਹਾਂ, ਮਤਲਬ ਪਰਮੇਸ਼ਵਰ ਨੂੰ ਤੁਸੀਂ ਕਿਸ ਤਰ੍ਹਾਂ ਜਾਣਿਆ? ਮੈਂ ਬ੍ਰਦਰ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 2020 ਦੇ ਵਿੱਚ ਜਦੋਂ ਲੋਕਡਾਊਨ ਲੱਗਾ ਸੀਗਾ, ਕੰਮਕਾਰ ਸਾਰੇ ਕਲਾਕਾਰਾਂ ਦਾ ਬੰਦ ਹੋ ਚੁੱਕਾ ਸੀ, ਤੇ ਮੇਰੇ ਫਾਦਰ ਨੇ ਮੈਨੂੰ ਇਹ ਕਿਹਾ ਕਿ ਤੂੰ ਕਿਤੇ ਜੌਬ ਕਰ ਲਾ, ਹੈ ਨਾ, ਜਾਂ ਕੋਈ ਕੰਮ ਕਰ ਲਾ, ਆਨਲਾਈਨ ਕੰਮ ਕਰ ਲਾ, ਪੜ੍ਹਿਆ ਲਿਖਿਆ ਤੂੰ। ਮੈਂ ਇਹ ਕਹਿੰਦਾ ਸੀ ਕਿ ਮੈਂ ਮਿਊਜ਼ਿਕ ਦੇ ਵਿੱਚ ਹੀ ਕਰਨਾ ਚਾਹੁੰਦਾ, ਆਨਲਾਈਨ ਮੇਰੇ ਤੋਂ ਨਹੀਂ ਕਿਤੇ ਵਰਕ ਹੋਣਾ। ਤੇ ਲੋਕਡਾਊਨ ਜਿਵੇਂ ਲੱਗਾ, ਜਿੰਨੀ ਮੇਰੇ ਕੋਲ ਇਨਕਮ ਸੀ ਉਹ ਖਰਚ ਹੋ ਚੁੱਕੀ, ਘਰ ਦੇ ਵਿੱਚ ਰਾਸ਼ਨ ਵਗੈਰਾ ਵੀ ਪਾਇਆ, ਜਿੰਨੇ ਸੀ ਉਹ ਘਰਦਿਆਂ ਨੂੰ ਸਪੋਰਟ ਕੀਤੀ। ਉਸ ਤੋਂ ਬਾਅਦ ਮੇਰੇ ਫਾਦਰ ਨਾਲ ਮੇਰਾ ਥੋੜਾ ਡਿਸਪਿਊਟ ਹੋ ਗਿਆ, ਲੜਾਈ ਝਗੜਾ ਹੋ ਗਿਆ, ਕਿਵੇਂ ਸ਼ੈਤਾਨ ਨੇ ਕੰਮ ਕੀਤਾ, ਤੇ ਮੈਂ ਉਸ ਚੀਜ਼ ਤੋਂ ਮੇਰੇ ਫਾਦਰ ਨੇ ਮੈਨੂੰ ਘਰੋਂ ਕੱਢ ਦਿੱਤਾ। ਬਾਈਬਲ ਸੀ ਮੇਰੇ ਕੋਲ, ਮੇਰੇ ਜਿਹੜੇ ਨਾਨਕੇ ਆ ਉਹ ਕ੍ਰਿਸਚਨ ਨੇ ਉਹ, ਤੇ ਬਟ ਸਾਨੂੰ ਨਹੀਂ ਪਤਾ ਸੀ ਯਿਸੂ ਮਸੀਹ ਬਾਰੇ, ਨਾ ਸਾਡੇ ਫਾਦਰ ਨੇ ਸਾਨੂੰ ਕਦੀ ਦੱਸਿਆ, ਨਾ ਲੈ ਕੇ ਗਏ, ਕਦੀ ਜਾਂਦੇ ਹੀ ਦੇਖਿਆ ਚਰਚ, ਬਟ ਯਿਸੂ ਮਸੀਹ ਬਾਰੇ ਨਹੀਂ ਪਤਾ ਸੀ। ਇੱਕ ਬਾਬੇ ਦੀ ਤਰ੍ਹਾਂ ਅਸੀਂ ਸੋਚਦੇ ਕਿ ਸ਼ਾਇਦ ਬਾਬਾ ਨਾ ਕੋਈ ਇੱਦਾਂ, ਇਸ ਤਰੀਕੇ ਨਾਲ ਸਾਨੂੰ ਨਹੀਂ ਪਤਾ ਸੀਗਾ। ਤੇ ਬਟ ਜਦੋਂ ਮੈਂ ਆਪਣੇ ਘਰ ਦੇ ਵਿੱਚੋਂ ਮੇਰੇ ਫਾਦਰ ਨੇ ਮੈਨੂੰ ਕੱਢਿਆ, ਮੇਰੇ ਕੋਲ ਬਾਈਬਲ ਸੀ, ਮੇਰੀ ਮਾਸੀ ਨੇ ਮੈਨੂੰ ਬਾਈਬਲ ਦਿੱਤੀ ਸੀ, ਤੇ ਉਹ ਮੈਂ ਬਾਈਬਲ ਨਾਲ ਲੈ ਕੇ ਗਿਆ ਸੀ। ਜਦੋਂ ਘਰ ਦੇ ਵਿੱਚੋਂ ਗਿਆ, ਜਦੋਂ ਮੈਂ ਰੂਮ ਰੈਂਟ ਤੇ ਲਿਆ ਜਲੰਧਰ ਦੇ ਵਿੱਚ, ਤੇ ਮੈਂ ਉੱਥੇ ਜਦੋਂ ਬੋਝ ਮੇਰੇ ਸਿਰ ਤੇ ਰਹਿੰਦਾ ਹੁੰਦਾ, ਟੈਨਸ਼ਨ ਮੇਰੇ ਸਿਰ ਤੇ ਰਹਿੰਦੀ ਹੁੰਦੀ ਸੀ ਕਿ ਹੁਣ ਮੇਰੇ ਘਰਦਿਆਂ ਨੇ ਮੈਨੂੰ ਇੱਦਾਂ ਲੀਵ ਕਰਤਾ, ਤੇ ਮੈਂ ਹੁਣ ਅੱਗੇ ਜਾ ਕੇ ਕੀ ਕਰੂੰਗਾ ਜਾਂ ਕਿੱਦਾਂ ਕਰੂੰਗਾ। ਮੈਂ ਬੈੱਡ ਤੇ ਲੰਮਾ ਪੈਣਾ ਤਾਂ ਮੈਨੂੰ ਚੱਕਰ ਆਉਣੇ, ਮੈਨੂੰ ਦਿਮਾਗ ਦੀਆਂ ਨਸਾਂ ਜਿਹੜੀਆਂ ਉਹ ਇੱਦਾਂ ਬੰਦ ਹੋਣੀਆਂ ਸਟਾਰਟ ਹੋ ਗਈਆਂ, ਕਿ ਪ੍ਰੈਸ਼ਰ ਆ ਸਿਰ ਤੇ ਇੰਨੀ ਦਰਦ ਰਹਿਣੀ ਕਿ ਮਤਲਬ ਸੋਚੀ ਜਾਣਾ ਕੀ ਹੋਊਗਾ ਮੇਰੀ ਲਾਈਫ ਦੇ ਵਿੱਚ। ਤੇ ਮੈਂ ਬਾਈਬਲ ਨੂੰ ਚੱਕਿਆ, ਬਾਈਬਲ ਦੇ ਵਿੱਚ ਵਚਨ ਆਇਆ ਕਿ ਹੇ ਬੋਝ ਹੇਠਾਂ ਦੱਬੇ ਹੋਏ ਥੱਕੇ ਹਾਰੇ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਹਾਲੇਲੂਇਆ। ਇਸ ਵਚਨ ਨੇ ਮੇਰੀ ਲਾਈਫ ਦੇ ਵਿੱਚ ਕੰਮ ਕੀਤਾ। ਮੈਂ ਇਸ ਵਚਨ ਨੂੰ ਜਦੋਂ ਪੜ੍ਹਿਆ ਤੇ ਮੇਰੀ ਅੱਖਾਂ 'ਚੋਂ ਹੰਝੂ ਆ ਗਏ, ਵੀ ਪ੍ਰਭੂ ਕਹਿੰਦਾ ਕਿ ਹੇ ਬੋਝ ਹੇਠਾਂ ਦੱਬੇ ਹੋਏ ਥੱਕੇ ਹਾਰੇ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਮੈਂ ਕਿਤੇ ਵੀ ਇੱਦਾਂ ਦੀ ਗੱਲ ਨਹੀਂ ਪੜ੍ਹੀ ਸੀ, ਕਿਤੇ ਵੀ ਇੱਦਾਂ ਦਾ ਵਚਨ ਮੈਂ ਨਹੀਂ ਪੜ੍ਹਿਆ ਸੀ। ਹਾਲਾਂਕਿ ਮੈਂ ਦੇਖੋ ਇੰਨੇ ਵੱਡੇ ਵੱਡੇ ਆਰਟਿਸਟਾਂ ਦੇ ਨਾਲ ਮੈਂ ਰਿਹਾ ਵੀ ਹਾਂ, ਮੈਂ ਉਹਨਾਂ ਦੀ ਲਾਈਫ ਨੂੰ ਵੀ ਦੇਖਿਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਬਟ ਮੈਂ ਜਦੋਂ ਉਹਨਾਂ ਦੀ ਲਾਈਫ ਨੂੰ ਦੇਖਦਾ ਸੀ, ਮੈਂ ਕਿਹਾ ਯਾਰ ਮੈਨੂੰ ਇੱਦਾਂ ਦੀ ਲਾਈਫ ਨਹੀਂ ਚਾਹੀਦੀ। ਮੈਂ ਇੱਕ ਮਤਲਬ ਸ਼ਾਂਤੀ ਵਾਲੀ ਲਾਈਫ ਜੀਣਾ ਚਾਹੁੰਦਾ। ਕਿ ਮੈਂ ਪ੍ਰਭੂ ਨੂੰ ਕਿਹਾ, ਮੈਂ ਕਿਹਾ ਪ੍ਰਭੂ ਆ ਤੇਰਾ ਵਚਨ ਕਹਿੰਦਾ ਕਿ ਹੇ ਬੋਝ ਹੇਠਾਂ ਦੱਬੇ ਹੋਏ ਥੱਕੇ ਹਾਰੇ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਪ੍ਰਭੂ ਮੈਂ ਤੇਰੇ ਕੋਲ ਆਉਣਾ, ਮੈਨੂੰ ਆਰਾਮ ਦੇ, ਮੈਨੂੰ ਇਸ ਚੀਜ਼ ਤੋਂ ਰਿਲੀਫ ਦੇ, ਮੈਨੂੰ ਇਹ ਤੋਂ ਆਜ਼ਾਦੀ ਦੇ। ਮੈਂ ਜਦੋਂ ਅਪੋਸਟਲ ਅੰਕਲ ਯੂਸਫ ਨੂਲਾ ਜੀ ਦੀ ਵੀਡੀਓ ਦੇਖੀ, ਉਹਨਾਂ ਦੀ ਟੈਸਟਮਨੀ ਨੂੰ ਸੁਣਿਆ ਮੈਂ, ਤੇ ਉਸ ਟੈਸਟਮਨੀ ਜਦੋਂ ਮੈਂ ਸੁਣਿਆ, ਉਹਨਾਂ ਨੇ ਕਿਹਾ ਕਿ ਮੈਂ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਤੇ ਉਹਨਾਂ ਦੀ ਜਦੋਂ ਟੈਸਟਮਨੀ ਸੁਣਿਆ ਕਿ ਉਹ ਕਹਿੰਦੇ ਮੈਂ ਆਪਣੀ ਟ੍ਰੇਨ ਥੱਲੇ ਜਾਣ ਦੇ ਦੇਣੀ ਸੀ, ਮੈਂ ਆਪਣਾ ਕਹਿੰਦੇ ਕਿ ਮੈਂ ਆਪਣੇ ਨੂੰ ਖਤਮ ਕਰ ਦੇਣਾ, ਪਰ ਇੱਕ ਹਿੰਦੂ ਫੈਮਿਲੀ ਨੇ ਮੈਨੂੰ ਆ ਕੇ ਪ੍ਰਭੂ ਯਿਸੂ ਮਸੀਹ ਬਾਰੇ ਦੱਸਿਆ। ਮੈਂ ਇਹ ਕਿਹਾ, ਮੈਂ ਕਿ ਜੇ ਉਹਨਾਂ ਦੀ ਲਾਈਫ ਦੇ ਵਿੱਚ ਪ੍ਰਭੂ ਯਿਸੂ ਮਸੀਹ ਕੰਮ ਕਰ ਸਕਦੇ ਤਾਂ ਮੇਰੀ ਲਾਈਫ 'ਚ ਵੀ ਕਰ ਸਕਦੇ। ਮੈਂ ਜੌਨੀ ਲੀਵਰ ਦੀ ਵੀ ਟੈਸਟਮਨੀ ਨੂੰ ਸੁਣਿਆ, ਉਹਨਾਂ ਦੀ ਬੱਚੇ ਨੂੰ, ਉਹਨਾਂ ਦੇ ਬੇਟੇ ਨੂੰ ਕਿੱਦਾਂ ਪ੍ਰਭੂ ਨੇ ਠੀਕ ਕੀਤਾ, ਹੀਲ ਕੀਤਾ। ਹੋਰ ਬਹੁਤ ਜਣਿਆਂ ਦੀ ਮੈਂ ਟੈਸਟਮਨੀ ਨੂੰ ਸੁਣਿਆ। ਮੈਂ ਕਿਹਾ ਵੀ ਪਰਮੇਸ਼ਵਰ ਜੇ ਤੂੰ ਇਹਨਾਂ ਨੂੰ ਬਦਲ ਸਕਦਾ, ਤੂੰ ਮੈਨੂੰ ਵੀ ਬਦਲ ਸਕਦਾ। ਮੈਂ ਇਹ ਟੈਨਸ਼ਨ ਲੈਂਦਾ ਸੀਗਾ ਕਿ ਮੈਂ ਲੋਕਾਂ ਨੇ ਮੈਨੂੰ ਮਿਸਗਾਈਡ ਕੀਤਾ ਕਿ ਜਦੋਂ ਆਪਾਂ ਮਸੀਹ ਦੇ ਵਿੱਚ ਆ ਜਾਂਦੇ ਹਾਂ,
ਹਾਲਾਂਕਿ ਕਈ ਪਾਸਟਰਾਂ ਨੇ ਵੀ ਮੈਨੂੰ ਗਾਈਡ ਕੀਤਾ, ਜਦੋਂ ਆਪਾਂ ਮਸੀਹ ਦੇ ਵਿੱਚ ਆ ਜਾਂਦੇ ਹਾਂ ਤਾਂ ਆਪਾਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹਾਂ। ਮੈਂ ਉਹਨਾਂ ਨੂੰ ਪੁੱਛਦਾ ਸੀ ਕਿ ਜੇ ਮੈਂ ਪ੍ਰਭੂ ਨੂੰ ਜਾਣ ਲਿਆ ਤਾਂ ਮੈਂ ਕਿਤੇ ਹੋਰ ਗਾ ਸਕਦਾ, ਮੈਂ ਸ਼ੋਅ ਲਾ ਸਕਦਾ? ਉਹ ਕਹਿੰਦੇ ਲਾ ਸਕਦਾ, ਕਈ ਕਹਿੰਦੇ ਵੀ ਲਾ ਸਕਦਾ, ਕੋਈ ਨਹੀਂ ਕੰਮ ਆ। ਬਟ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਤੂੰ ਮੈਨੂੰ ਜਾਣ ਲੈਣਾ ਨਾ ਤੇ ਆਪਣੀ ਜ਼ੁਬਾਨ ਦੇ ਉੱਤੋਂ ਤੂੰ ਕਿਸੇ ਹੋਰ ਦਾ ਨਾਮ ਨਹੀਂ ਲੈ ਸਕਦਾ, ਠੀਕ ਆ? ਕਿ ਕਿਉਂਕਿ ਇਹ ਨਾ ਸੁਣ ਸਕਦੇ, ਭਜਨ ਸੰਹਿਤਾ 115 ਦੇ ਵਿੱਚ ਵੀ ਲਿਖਿਆ ਕਿ ਨਾ ਇਹ ਸੁਣ ਸਕਦੇ, ਨਾ ਇਹ ਚੱਲ ਸਕਦੇ, ਨਾ ਇਹ ਤੁਹਾਡਾ ਅਗਲਾ ਪਿਛਲਾ ਫਰੂਟ ਸਕਦੇ, ਕੁਝ ਵੀ ਨਹੀਂ ਤੁਹਾਨੂੰ ਦੱਸ ਸਕਦੇ। ਸਾਡਾ ਜੀਂਦਾ ਪਰਮੇਸ਼ਰ ਸਾਡੀਆਂ ਸਾਰੀਆਂ ਗੱਲਾਂ ਨੂੰ ਸੁਣਦਾ ਹੈ, ਕਿਉਂਕਿ ਧਰਮੀ ਜਨ ਦੇ ਉੱਤੇ ਪਰਮੇਸ਼ਰ ਦੀਆਂ ਅੱਖਾਂ ਲੱਗੀਆਂ ਰਹਿੰਦੀਆਂ। ਹਾਲੇਲੂਇਆ। ਤਾਂ ਮੈਂ ਇਹ ਕਿਹਾ, ਮੈਂ ਕਿਹਾ ਵਚਨ ਤਾਂ ਇਦਾਂ ਕਹਿੰਦਾ ਪਰ ਮੈਨੂੰ ਪਾਸਟਰ ਕਈ ਇਦਾਂ ਕਹੀ ਜਾਂਦੇ। ਤੇ ਮੈਂ ਕਿਹਾ ਪ੍ਰਭੂ ਮੈਂ ਤੁਹਾਨੂੰ ਅਸੈਪਟ ਕਰਨਾ ਆ, ਮੈਂ ਆਪਣੀ ਲਾਈਫ ਨੂੰ ਤੁਹਾਡੇ ਹੱਥਾਂ 'ਚ ਦੇ ਦੇਣਾ ਆ, ਹੁਣ ਤੂੰ ਮੈਨੂੰ ਜਿੱਦਾਂ ਚਲਾਉਣਾ ਮੈਨੂੰ ਚਲਾ। ਕਿਉਂਕਿ ਬਾਈਬਲ 'ਚ ਮੈਂ ਇਹ ਸੋਚਦਾ ਕਿ ਮੈਂ ਜੇ ਮਸੀਹ 'ਚ ਆ ਗਿਆ ਤਾਂ ਮੈਂ ਆਪਣੀ ਕਮਾਈ ਕਿੱਦਾਂ ਕਰੂੰਗਾ, ਮੈਂ ਜੀਊਂਗਾ ਕਿੱਦਾਂ, ਮੈਂ ਆਪਣੇ ਲਾਈਫ ਸਟਾਈਲ ਨੂੰ ਕਿੱਦਾਂ ਜੀਊਂਗਾ? ਕਮਾਈ ਹੋਊਗੀ ਤਾਂ ਰੋਟੀ ਖਾਊਂਗਾ ਤੇ ਰੈਂਟ ਕਿੱਥੋਂ ਭਰੂੰਗਾ? ਬਾਈਬਲ ਦੇ ਵਿੱਚ ਵਚਨ ਪੜ੍ਹਿਆ ਕਿ ਆਕਾਸ਼ ਦੇ ਪੰਛੀਆਂ ਵੱਲ ਦੇਖ, ਉਹ ਨਾ ਬੀਜਦੇ ਨਾ ਵੱਢਦੇ, ਤਾਂ ਵੀ ਮੈਂ ਸਭ ਕੁਝ ਮੁਹੱਈਆ ਕਰਦਾ। ਹਾਲੇਲੂਇਆ। ਇਸ ਵਚਨ ਦੇ ਦੁਆਰਾ ਮੈਂ ਜਦੋਂ ਇਸ 'ਤੇ ਵਿਸ਼ਵਾਸ ਕੀਤਾ, ਤੁਸੀਂ ਬਿਲੀਵ ਕਰੋ ਮੇਰੇ ਭੈਣ ਭਰਾਓ, ਮੈਂ ਜਦੋਂ ਚਰਚ ਦੇ ਵਿੱਚ ਗਿਆ, ਖਾਂਬਰਾ ਚਰਚ ਦੇ ਵਿੱਚ ਗਿਆ ਤਾਂ ਮੈਂ ਓਵਰਫਲੋ ਸੈਕਸ਼ਨ ਦੇ ਵਿੱਚ ਬਾਹਰ ਖੜਾ ਹੁੰਦਾ ਸੀਗਾ ਤੇ ਮੈਨੂੰ ਕਈ ਲੋਕ ਉੱਥੇ ਜਾਣਦੇ ਵੀ ਚਰਚ ਦੇ ਵਿੱਚ ਆਉਂਦੇ ਹੁੰਦੇ ਸੀ। ਤੇ ਮੈਂ ਜਾਂਦਾ, ਮੈਂ ਮਾਸਕ ਪਾ ਕੇ ਉੱਥੇ ਵਰਸ਼ਿਪ ਕਰਨੀ, ਤੇ ਮਤਲਬ ਜਦੋਂ ਵਰਸ਼ਿਪ ਵੀ ਹੋਣੀ ਤਾਂ ਜਦੋਂ ਖੁਦਾ ਦੇ ਦਾਸ ਨੇ ਪ੍ਰਾਰਥਨਾ ਕਰਨੀ ਤਾਂ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਗੁਨਾਹ ਆਉਣੇ, ਮੈਂ ਜੋ ਪਾਪ ਕੀਤੇ ਆ ਮੈਂ ਮਾफ़ੀ ਮੰਗਦਾ ਪਰਮੇਸ਼ਰ ਕੋਲ, ਪ੍ਰਭੂ ਮੈਨੂੰ ਮਾफ़ ਕਰ ਦੇ, ਮੇਰੇ ਗੁਨਾਹਾਂ ਨੂੰ ਮਾफ़ ਕਰ, ਮੈਂ ਤੈਨੂੰ ਆਪਣੀ ਜ਼ਿੰਦਗੀ ਹੁਣ ਦੇਣੀ ਆ ਤੇ ਪ੍ਰਭੂ ਮੈਨੂੰ ਬੈਪਟਿਜ਼ਮ ਵੀ ਜਲਦੀ ਤਿਆਰ ਕਰ। 2020 ਦੇ ਵਿੱਚ ਬ੍ਰਦਰ ਜੀ ਜਦੋਂ ਮੈਂ ਬੈਪਟਿਜ਼ਮ ਲਿਆ 20 ਦਸੰਬਰ ਨੂੰ, ਕਿ ਮੈਂ ਜਲਦੀ ਡਿਸਾਈਡ ਕੀਤਾ ਕਿ ਪ੍ਰਭੂ ਹੁਣ ਮੈਂ ਤੈਨੂੰ ਜਾਣ ਲਿਆ, ਹੁਣ ਮੈਂ ਆਪਣੀ ਲਾਈਫ ਨੂੰ ਤੇਰੇ ਹੱਥਾਂ 'ਚ ਦੇ ਦੇਣਾ। ਕਿਉਂਕਿ ਮੈਂ ਇੱਕ ਵਿਸ਼ਵਾਸ ਕਰਕੇ ਪਰਮੇਸ਼ਰ ਤੇ ਪ੍ਰਭੂ ਨੂੰ ਜਲਦੀ ਐਕਸੈਪਟ ਕੀਤਾ, ਕਿਉਂਕਿ ਉਹਨੇ ਮੈਨੂੰ ਚੁਣਿਆ ਮੇਰੀ ਮਾਂ ਦੀ ਕੁੱਖ ਦੇ ਵਿੱਚੋਂ। ਉਹ ਗੱਲ ਵੱਖਰੀ ਸੀ ਕਿ ਮੈਂ ਹੀ ਨਹੀਂ ਆਉਣ ਡਿਆ ਸੀ, ਉਹਨੇ ਮੈਨੂੰ ਚੁਣਿਆ ਹੋਇਆ, ਉਹਨੇ ਮੈਨੂੰ ਨਿਯੁਕਤ ਕੀਤਾ ਹੋਇਆ ਸੀ ਕਿ ਇਹ ਸਮਾਂ ਇੱਕ ਰੱਖਿਆ ਹੋਇਆ ਸੀ। 2020 ਦੇ ਵਿੱਚ ਪਰਮੇਸ਼ਰ ਨੇ ਮੈਨੂੰ ਆਪਣੇ ਕੋਲ ਬੁਲਾਇਆ, ਮੈਂ ਡਿਸਾਈਡ ਕਰ ਲਿਆ, ਮੈਂ ਇੱਕ ਡਿਸੀਜਨ ਲੈ ਲਿਆ ਕਿ ਨਹੀਂ। ਅੱਜ ਕੱਲ੍ਹ ਲੋਕੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਅੱਜ ਕੱਲ੍ਹ ਲੋਕੀ ਪ੍ਰਭੂ ਦੇ ਵਿੱਚ ਹੋ ਕੇ ਵੀ ਪ੍ਰਭੂ ਦੇ ਨਾਲ ਵਫਾਦਾਰ ਨਹੀਂ ਹੈਗੇ। ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਪਿੱਛੇ ਉਹ ਅੱਗੇ ਕੀਤੇ ਜਾਣੇ, ਜਿਹੜੇ ਅਗਲੇ ਉਹ ਪਿੱਛੇ ਕੀਤੇ ਜਾਣੇ। ਪਰਮੇਸ਼ਰ ਉਹਨਾਂ ਲੋਕਾਂ ਨੂੰ ਯੂਜ਼ ਕਰੇ। ਜਦੋਂ ਆਤਮਾ ਨੇ ਮੈਨੂੰ ਟੱਚ ਕੀਤਾ, ਮੈਨੂੰ ਆਜ਼ਾਦ ਕੀਤਾ, ਗੁਨਾਹਾਂ ਤੋਂ ਮਾफ़ੀ ਦਿੱਤੀ, ਮੈਂ ਆਪਣਾ ਪਾਪ ਦਾ ਅੰਗੀਕਾਰ ਕੀਤਾ ਕਿ ਪਰਮੇਸ਼ਰ ਮੇਰੇ ਤੋਂ ਪਾਪ ਹੋਏ, ਗਲਤੀਆਂ ਹੋਈਆਂ, ਗੁਨਾਹ ਹੋਏ, ਮੈਨੂੰ ਮਾफ़ ਕਰ। ਮਾफ़ ਕੀਤਾ, ਮੈਂ ਬੈਪਟਿਜ਼ਮ ਲਿਆ, ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਹੱਥਾਂ 'ਚ ਦਿੱਤਾ। ਬਹੁਤ ਸ਼ੈਤਾਨ ਨੇ ਮੈਨੂੰ ਸਿੱਟਣ ਦੀ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਰਿਐਲਿਟੀ ਸ਼ੋਜ਼ ਤੋਂ ਕਾਲ ਵੀ ਆਉਂਦੇ ਸੀ, ਮੈਂ ਚੈਨਲਾਂ ਦੇ ਨਾਮ ਨਹੀਂ ਲੈਣਾ ਚਾਹੁੰਦਾ, ਕਾਲ ਆਉਣੇ ਕਿ ਇੰਨੇ ਇੱਥੇ ਆ ਜਾਓ, ਤੁਹਾਨੂੰ ਸਟੂਡੀਓ ਰਾਊਂਡ 'ਚ ਆਪਾਂ ਐਂਟਰੀ ਦਿੰਦੇ ਹਾਂ, ਤੁਹਾਨੂੰ ਇੰਨੇ ਪੈਸੇ ਦਿੰਦੇ ਹਾਂ ਆਪਾਂ, ਤੇ ਤੁਹਾਡਾ ਇੰਸਟਾਗ੍ਰਾਮ ਫੇਸਬੁੱਕ ਆਪਾਂ ਹੈਂਡਲ ਕਰਾਂਗੇ, ਸਭ ਕੁਝ ਹੋਟਲ ਮਿਲੂਗਾ। ਮੈਂ ਕਿਹਾ ਜੀ ਮੈਨੂੰ ਨਹੀਂ ਚਾਹੀਦਾ। ਮੈਂ ਪ੍ਰਭੂ ਯਿਸੂ ਮਸੀਹ ਨੂੰ ਅਸੈਪਟ ਕੀਤਾ, ਜੀਸਸ ਕ੍ਰਾਈਸਟ ਨੂੰ ਅਸੈਪਟ ਕੀਤਾ ਆ, ਤੇ ਮੈਂ ਹੁਣ ਚਰਚ ਦੇ ਵਿੱਚ ਵਰਸ਼ਿਪ ਕਰਦਾ ਹਾਂ, ਤੇ ਮੈਂ ਉਹਨਾਂ ਦੇ ਨਾਮ ਦੀ ਹੀ ਮਹਿਮਾ ਕਰੂੰਗਾ। ਕਹਿੰਦੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ, ਕਿੰਨੀ ਏਜ ਹੈ ਤੁਹਾਡੀ? ਮੇਰੀ ਹੁਣ ਜਿੱਦਾਂ 28 ਹੋ ਚੁੱਕੀ, 29 ਮੈਨੂੰ ਲੱਗਾ। ਤੇ ਮੈਨੂੰ ਕਹਿੰਦੇ ਕਿ ਮਤਲਬ ਵੀ ਤੁਸੀਂ ਇੰਨੀ ਛੋਟੀ ਏਜ ਦੇ ਵਿੱਚ ਹੁਣੀ ਰੱਬ ਦੀ, ਮਤਲਬ ਕਿ ਰੱਬ ਦਾ ਨਾਮ ਲੈਣਾ ਆ, ਕਿ ਬੁੱਢੇ ਹੋ ਕੇ ਨਾਮ ਲਿਓ। ਮੈਂ ਕਿਹਾ ਕਿੱਥੇ ਲਿਖਿਆ, ਕਿ ਦਿਖਾਓ ਮੈਨੂੰ ਕਿ ਬੁੱਢੇ ਹੋ ਕੇ ਨਾਮ ਲੈਣਾ। ਬਾਈਬਲ ਤਾਂ ਸਾਨੂੰ ਦੱਸਦੀ ਹੈ, ਸਭ ਉਪਦੇਸ਼ਕ ਦੀ ਪੁਸਤਕ ਦੇ ਵਿੱਚ ਲਿਖਿਆ ਕਿ ਹੇ ਜਵਾਨ, ਆਪਣੀ ਜਵਾਨੀ ਕੇ ਸਮੇਂ ਮੈਂ ਆਪਣੇ ਰਚਨਾ ਹਰੇ ਕੋ ਯਾਦ ਰੱਖਣਾ। ਜੋ ਤੂੰ ਤੇਰੇ ਦਿਲ ਦੇ ਵਿੱਚ ਆਉਂਦਾ ਤੂੰ ਉਹ ਕੰਮ ਕਰ, ਲੇਕਿਨ ਤੂੰ ਇਹ ਵੀ ਯਾਦ ਰੱਖ ਕਿ ਜੋ ਤੂੰ ਕਰੂੰਗਾ, ਠੀਕ ਹੈ, ਉਹਦੇ ਤੇਰੇ ਸਾਰੇ ਕੰਮਾਂ ਦਾ ਨਿਆਂ ਹੋਣਾ। ਜਵਾਨੀ ਦੇ ਵਿੱਚ ਦੇਖੋ ਵਚਨ ਸਾਨੂੰ ਕਹਿੰਦਾ ਹੈ ਕਿ ਜਵਾਨੀ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਯਾਦ ਰੱਖ, ਆਪਣੇ ਰਚਨਹਾਰੇ ਨੂੰ ਯਾਦ ਰੱਖ। ਕਿੱਥੇ ਲਿਖਿਆ ਕਿ ਬੁੱਢੇ ਹੋ ਕੇ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਨੀ ਜਾਂ ਪ੍ਰਭੂ ਦਾ ਨਾਮ ਲੈਣਾ ਜਾਂ ਰੱਬ ਦਾ ਨਾਮ ਲੈਣਾ? ਮੈਂ ਉਹਨਾਂ ਨੂੰ ਇੰਨੀਆਂ ਗੱਲਾਂ ਦੱਸਦਾ ਹੁੰਦਾ, ਉਹ ਫੋਨ ਕੱਟ ਦਿੰਦੇ ਨੇ, ਕਹਿੰਦੇ ਸਾਨੂੰ ਕਿ ਰੱਬ ਬਾਰੇ ਦੱਸੀ ਜਾਂਦਾ, ਗਾਈਡ ਕਰੀ ਜਾਂਦਾ। ਕਹਿੰਦੇ ਚਲੋ ਠੀਕ ਹੈ ਠੀਕ ਹੈ। ਉਸ ਤੋਂ ਬਾਅਦ ਮੈਂ ਕਿਹਾ ਪਰਮੇਸ਼ਰ ਮੈਨੂੰ, ਮੈਂ ਕਿਸੇ ਦੇ ਵਿੱਚ ਹੁਣ ਵੀ ਮੈਨੂੰ ਆਏ ਸੀਗੇ ਕੋਲ, ਮੈਂ ਬਲੌਕ ਕੀਤਾ। ਮੈਂ ਕਿਹਾ ਕਰਨਾ ਹੀ ਨਹੀਂ ਚਾਹੀਦਾ, ਹੀ ਨਹੀਂ, ਸਿਰਫ ਔਰ ਸਿਰਫ ਸਾਨੂੰ ਯੀਸ਼ੂ ਮਸੀਹ ਚਾਹੀਦਾ, ਜਿਹਨੇ ਸਾਡੇ ਲਈ ਕਰੂਜ਼ ਦੇ ਉੱਤੇ ਆਪਣੀ ਜਾਨ ਦਿੱਤੀ, ਕੰਡਿਆਂ ਦਾ ਤਾਜ ਜਿਹੜਾ ਪਾਤਾ, ਕਿੱਲ ਠੋਕ ਦਿੱਤੇ। ਹਾਂ, ਜਦੋਂ ਕਰੂਜ਼ ਤੇ ਟੰਗਿਆ ਸੀ ਉਹਨਾਂ ਨੇ ਮਾਰਿਆ, ਫਿਰ ਵੀ ਪਰਮੇਸ਼ਰ ਨੇ ਕਿਹਾ ਕਿ ਪ੍ਰਭੂ ਇਹਨਾਂ ਨੂੰ ਮਾफ़ ਕਰ, ਹੇ ਪਿਤਾ ਇਹਨਾਂ ਨੂੰ ਮਾफ़ ਕਰ, ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ। ਐਡਾ ਵੱਡਾ ਹਿਰਦੇ ਸਾਡੇ ਪਰਮੇਸ਼ਰ ਦੇ ਵਿੱਚ, ਜਿਹੜਾ ਸੂਲੀ ਦੇ ਉੱਤੇ ਟੰਗ ਵੀ ਦਿੱਤਾ ਤਾਂ ਵੀ ਮਾफ़ ਕਰ ਦਿੱਤਾ। ਨਹੀਂ ਤਾਂ ਅੱਜ ਕੱਲ੍ਹ ਕਿਸੇ ਦੇ ਕੋਈ ਚਪੇੜ ਮਾਰ ਦੋ, ਦੂਜਾ ਉਹਨੂੰ ਕੁੱਟਣ ਨੂੰ ਫਿਰਦਾ, ਉਹਨੂੰ ਵੱਢਣ ਨੂੰ ਫਿਰਦਾ। ਸਾਡੇ ਪਰਮੇਸ਼ਰ ਦਾ ਹਿਰਦੇ ਬਹੁਤ ਵੱਡਾ, ਮਾफ़ ਕਰਨ ਵਾਲਾ ਹਿਰਦੇ ਰੱਖਦਾ। ਪਰਮੇਸ਼ਰ ਸਾਨੂੰ ਇਹੀ ਸਿਖਾਉਂਦਾ। ਯੀਸ਼ੂ ਮਸੀਹ ਇਸੇ ਕਰਕੇ ਆਏ ਕਿ ਕਹਿੰਦਾ ਪਾਪ ਵੱਧ ਚੁੱਕਿਆ ਸੀ, ਪਾਪ ਨੂੰ ਖਤਮ ਕਰਨ ਦੇ ਲਈ ਆਏ। ਪ੍ਰਭੂ ਯੀਸ਼ੂ ਮਸੀਹ ਇੱਕ ਪ੍ਰੇਮ ਆ, ਇੱਕ ਪਿਆਰ ਆ, ਉਹ ਪਿਆਰ ਦਾ ਸੰਦੇਸ਼ ਦਿੰਦੇ, ਸਾਨੂੰ ਲੜਨਾ ਝਗੜਨਾ ਨਹੀਂ ਸਿਖਾਉਂਦੇ। ਮੈਂ ਤਾਂ ਯੀਸ਼ੂ ਮਸੀਹ ਨੂੰ ਜਾਣ ਕੇ, ਮੈਂ ਤਾਂ ਹਿੱਕ ਠੋਕ ਕੇ ਕਹਿੰਦਾ ਕਿ ਯੀਸ਼ੂ ਮਸੀਹ ਨੂੰ ਜਦੋਂ ਦਾ ਮੈਂ
ਅਸੈਪਟ ਕੀਤਾ ਹੋਇਆ ਆ ਪ੍ਰਭੂ ਮੇਰੀ ਜ਼ਿੰਦਗੀ 'ਚ ਆਏ ਆ, ਮੈਨੂੰ ਚੁਣਿਆ ਪ੍ਰਭੂ ਨੇ। ਮੇਰੀ ਲਾਈਫ ਦੇ ਵਿੱਚ ਬਹੁਤ ਸ਼ਾਂਤੀ ਆ, ਬਹੁਤ ਮੈਂ ਆਤਮਿਕ ਲਾਈਫ ਦੇ ਵਿੱਚ ਵੀ ਬਹੁਤ ਵਧਿਆ, ਬਹੁਤ ਮੈਨੂੰ ਪ੍ਰਭੂ ਨੇ ਬਲੈਸ ਕੀਤਾ ਆ, ਆਪਣੇ ਕੰਮਾਂ ਲਈ ਮੈਨੂੰ ਯੂਜ਼ ਕਰ ਰਿਹਾ, ਮੈਨੂੰ ਜਵਾਨੀ ਦੇ ਸਮੇਂ 'ਚ ਯੂਜ਼ ਕਰ ਰਿਹਾ। ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਪਰਮੇਸ਼ਰ ਦਾ ਕਿ ਤੁਸੀਂ ਮੈਨੂੰ ਚੁਣਿਆ ਪ੍ਰਭੂ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਬੰਦਾ ਪਰਮੇਸ਼ਰ ਦੇ ਵਿੱਚ ਆਂਦਾ ਆ ਜੀ ਜਾਂ ਜਦੋਂ ਸੇਵਕਾਈ ਦੇ ਵਿੱਚ ਆਂਦਾ ਤਾਂ ਉਹਦੇ ਦੌਰਾਨ ਉਹਦੀ ਜ਼ਿੰਦਗੀ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਜੀ ਤੇ ਕੁਝ ਲੋਕ ਉਹ ਮੁਸ਼ਕਲਾਂ ਨੂੰ ਦੇਖ ਕੇ ਜਿਹੜੇ ਬੈਕ ਸਲਾਈਡ ਹੋ ਜਾਂਦੇ, ਪਿੱਛੇ ਹੋ ਜਾਂਦੇ ਆ। ਜੀ। ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਐਸਾ ਕੋਈ ਪਲ ਆਇਆ ਹੋਏ ਜਿਹੜਾ ਤੁਹਾਨੂੰ ਇਦਾਂ ਲੱਗਿਆ ਕਿ ਨਹੀਂ ਯਾਰ ਹੁਣ ਮੈਂ ਛੱਡਦਾ, ਕਿ ਕੁਝ ਨਹੀਂ ਰੱਖਿਆ ਪਰਮੇਸ਼ਰ 'ਚ, ਮੈਂ ਛੱਡਦਾ, ਫਿਰ ਆਪਣੇ ਪੁਰਾਣੀ ਜ਼ਿੰਦਗੀ 'ਚ ਵਾਪਸ ਚੱਲ ਜਾ? ਜੀ, ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਮੈਨੂੰ, ਮੈਂ ਤਾਂ ਜਵਾਬ ਦੇਣਾ ਚਾਹੁੰਦਾ ਤੁਹਾਨੂੰ ਕਿ ਦੇਖੋ, ਜਿਸ ਤਰੀਕੇ ਨਾਲ ਆਤਮਾ ਨੇ ਤੁਹਾਨੂੰ ਉਭਾਰਿਆ ਕਿ ਇਹ ਸਵਾਲ ਪੁੱਛ, ਮੈਂ ਚਾਹੁੰਦਾ ਕਿ ਇਦਾਂ ਦਾ ਸਵਾਲ ਹੋਵੇ। ਅੜਚਣਾ ਆਉਂਦੀਆਂ ਆ, ਬਾਈਬਲ ਦੇ ਵਿੱਚ ਪੌਲਸ ਕਹਿੰਦਾ ਕਿ ਅੜਚਣਾ ਦਾ ਆਉਣਾ ਜ਼ਰੂਰੀ ਆ। ਇਹ ਅੜਚਣਾ ਨਾ ਆਊਗੀਆਂ ਤਾਂ ਤੁਹਾਡਾ ਵਿਸ਼ਵਾਸ ਤੁਸੀਂ ਕਿੱਦਾਂ ਬਣੇ ਰਹੋਗੇ। ਮੈਂ ਜਦੋਂ ਪ੍ਰਭੂ ਨੂੰ ਐਕਸੈਪਟ ਕੀਤਾ ਬਹੁਤ ਮੁਸ਼ਕਲਾਂ ਆਈਆਂ, ਬਹੁਤ ਅੜਚਣਾ ਆਈਆਂ, ਇੱਥੋਂ ਤੱਕ ਕਿ ਬ੍ਰਦਰ ਜੀ ਮੈਨੂੰ ਚਰਚ ਆਉਣ ਦੇ ਲਈ ਮੇਰੇ ਕੋਲ ਪੈਟਰੋਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਸੀ। ਲੋਕਾਂ ਕੋਲ ਮੰਗ ਕੇ 50 ਰੁਪਏ ਮੈਂ ਪੈਟਰੋਲ ਪਾਉਣਾ ਬਾਈਕ ਦੇ ਵਿੱਚ ਕਿ ਮੈਨੂੰ ਦੇ ਦਿਓ, ਮੈਂ ਜਦੋਂ ਮੇਰੇ ਕੋਲ ਆ ਗਿਆ ਤੁਹਾਨੂੰ ਵਾਪਸ ਕਰ ਦੂੰਗਾ। ਇੱਥੋਂ ਤੱਕ ਕਿ ਮੇਰੇ ਰੂਮ ਦਾ ਰੈਂਟ ਦੇਣ ਲਈ ਮੇਰੇ ਤੋਂ ਪੈਸੇ ਨਹੀਂ ਹੁੰਦੇ, ਕਿਉਂਕਿ ਜੋਬ ਨਹੀਂ ਸੀ ਕਿਤੇ ਲੱਭਦਾ ਹੁੰਦਾ, ਹੀ ਮਿਲਦਾ ਨਹੀਂ, ਕੰਮ ਨਹੀਂ ਬਣਦਾ ਸੀ ਕਿਤੇ। ਤੇ ਫਿਰ ਬਹੁਤ ਅੜਚਣਾ ਆਉਣੀਆਂ, ਰੋਟੀ ਲੈਣ ਨੂੰ ਵੀ ਪੈਸੇ। ਮੈਂ ਇੱਕ ਆਪਣੇ ਫਰੈਂਡ ਦੇ ਨਾਲ ਰਹਿੰਦਾ ਹੁੰਦਾ, ਉਹਦਾ ਇੱਧਰ ਰੂਮ ਸੀ, ਮੇਰਾ ਇੱਧਰ ਸਾਈਡ 'ਤੇ ਹੋਣਾ। ਉਹਨੇ ਰੋਟੀ ਲਿਆਉਣੀ ਤੇ ਖਾ ਖੂ ਲੈਣੀ, ਤੇ ਮਤਲਬ ਜਦੋਂ ਘਰੋਂ ਨਿਕਲੇ ਨਾ ਕੋਈ ਥੱਲੇ ਵਿਛਾਉਣ ਨੂੰ ਸੀ, ਨਾ ਤਾਂ ਕੁਝ ਉੱਪਰ ਲੈਣ ਨੂੰ ਚਾਦਰ ਸੀ ਕੁਝ, ਤੇ ਪੱਖਾ ਉੱਤੇ ਇੱਕ ਲੱਗਾ ਹੁੰਦਾ, ਇੱਦਾਂ ਹੀ ਸੌ ਜਾਣਾ। ਤੇ ਬਸ ਇਹ ਸੀ ਕਿ ਪਰਮੇਸ਼ਰ ਨੂੰ ਜਾਣਾ ਕਿ ਜੇ ਉਹਨੇ ਮੈਨੂੰ ਚੁਣਿਆ ਤਾਂ ਸਭ ਕੁਝ ਮੇਰੇ ਲਈ ਮੁਹੱਈਆ ਵੀ ਕਰੂਗਾ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਸ਼ਵਾਸ, ਕਿਉਂਕਿ ਬਾਈਬਲ ਦੱਸਦੀ ਹੈ ਕਿ ਤੇਰੇ ਵਿਸ਼ਵਾਸ ਨੇ ਹੀ ਤੈਨੂੰ ਚੰਗਾ ਕਰਨਾ, ਤੇਰੇ ਵਿਸ਼ਵਾਸ ਨੇ ਹੀ ਤੈਨੂੰ ਅੱਗੇ ਵਧਾਉਣਾ ਹੈ। ਕਿ ਜੇ ਮੇਰਾ ਵਿਸ਼ਵਾਸ ਹੀ ਨਹੀਂ ਹੈਗਾ ਜੀਸਸ ਦੇ ਉੱਤੇ ਤਾਂ ਮੈਂ ਕਿੱਦਾਂ ਅੱਗੇ ਵੱਧ ਸਕਦਾ। ਅੜਚਣਾ ਬਹੁਤ ਆਈਆਂ। ਕਈ ਵਾਰੀ ਤੁਸੀਂ ਵਿਸ਼ਵਾਸ ਕਰਿਓ, ਮੈਂ ਬਾਈਕ ਤੇ ਜਾ ਰਿਹਾ, ਠੀਕ ਆ, ਮੇਰੇ ਕੋਲ ਜਿੰਨੇ ਵੀ 100-50 ਰੁਪਏ ਮੇਰੀ ਜੇਬ 'ਚ ਹੋਣੇ, ਮੰਨ ਲਓ ਕਿਸੇ ਨੇ ਮੈਨੂੰ ਕੋਈ ਆਫਰਿੰਗ ਦੇਤੀ ਜਾਂ ਬਲੈਸ ਕਰ ਦਿੱਤਾ, ਮੇਰੇ ਕੋਲ ਹੁਣੇ ਇੱਕ, ਮੈਂ ਤੁਹਾਨੂੰ ਦੱਸ ਰਹਾ, ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਇੱਕ ਰਿਕਸ਼ੇ ਵਾਲਾ ਬ੍ਰਦਰ ਜਾ ਰਿਹਾ ਸੀ। ਉਹਦੇ ਨਾਲ ਰਿਕਸ਼ੇ ਦੇ ਉੱਤੇ ਬਹੁਤ, ਗਰਮੀਆਂ ਦੇ ਦਿਨ, ਰਿਕਸ਼ੇ ਦੇ ਉੱਤੇ ਬਹੁਤ ਭਾਰ ਲੱਦਿਆ, ਲੋਹਾ ਸੀ ਉਹਦੇ ਉੱਤੇ ਗਿਆ, ਉਹ ਚਲਾ ਰਿਹਾ ਤੇ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੇਰੀ ਜੇਬ 'ਚ ਜਿੰਨੇ ਪੈਸੇ ਆ ਨਾ ਉਹ ਤੂੰ ਇਹਨੂੰ ਦੇ ਦੇ। ਮੈਂ ਕਿਹਾ ਪ੍ਰਭੂ ਮੇਰੇ ਕੋਲ ਤਾਂ ਹੈ ਹੀ ਇੰਨੇ, ਮੈਂ ਤਾਂ ਤੇਲ ਵੀ ਪਾਉਣਾ, ਮੈਂ ਕੀ ਕਰੂੰਗਾ। ਤੁਸੀਂ ਵਿਸ਼ਵਾਸ ਕਰਿਓ ਭਾਜੀ ਕਿ ਜਿਵੇਂ ਹੀ ਮੈਂ ਉਹਨਾਂ ਨੂੰ ਬ੍ਰਦਰ ਨੂੰ ਰੋਕਿਆ, ਮੈਂ ਕਿਹਾ ਬ੍ਰਦਰ 1 ਮਿੰਟ ਬਾਤ ਸੁਣੋ ਮੇਰੀ, ਮੈਂ ਉਹਨੂੰ ਰੋਕਿਆ, ਮੇਰੇ ਕੋਲ ਜੇਬ 'ਚ ਮੈਂ ਕਿਹਾ ਇਹ ਲਓ ਰੱਖ ਲਓ। ਇਹ ਇੱਕ ਗਵਾਹੀ ਹੈ, ਮੈਂ ਇਹ ਨਹੀਂ ਦੱਸਦਾ ਕਿ ਮੈਂ ਇੱਦਾਂ ਦਾਨ ਕੀਤਾ, ਇਹ ਤਾਂ ਦੱਸ ਰਿਹਾ ਤੁਹਾਡਾ ਵਿਸ਼ਵਾਸ ਵਧੇ। मैं उन्होंने जो दिता, वो कहता नहीं नहीं भाई मुझे नहीं चाहिए, नहीं। मैं कहा नहीं ये आपको परमेश्वर ने दिए। कहता ठीक है ठीक है ठीक है। तो जिद्दां ही उन्होंने जिद्दां ही मैं अपने रूम च गया तो मेरे फोन पर मैसेज आया, किसी ने मैनू 2000 रुपया मैनू सेंड किया ही कि देखो जो आप बीजते हैं उही आप वड्डते हैं। वो कहता तू मेरे वाल देख, कहता तू मेरे कम्मां नूं कर, मैं तेरे कम्मां नूं करूँगा। परमेश्वर ने देखो जो तुसीं अड़े ते खड़े रहने, ये नहीं हुंदा कि यार मेरी लाइफ च काम नहीं होया, यार मेरी लाइफ च मेडिकल नहीं होया, यार मेरी बीमारी तो ठीक नहीं हुई। लोग कहते ही आ चर्च च जाने इन्ने साल हो गए तुहाडी बीमारी तो ठीक नहीं हुई है, तुसीं मूँह बंद कराओ। उहदा परमेश्वर कहता चंगा करे या ना करे वो मेरा परमेश्वर है, ਉਹਦੀ ਮਰਜ਼ੀ ਆ, ਉਹ ਕਰੇ ਚੰਗਾ ਜਾਂ ਨਾ ਕਰੇ। ਅਯੂਬ ਦੇ ਉੱਤੇ ਕਿੰਨੀਆਂ ਪ੍ਰੋਬਲਮ ਆਈਆਂ, ਅਯੂਬ ਨੂੰ ਕਿੱਦਾਂ ਸਰੀਰ ਦੇ ਉੱਤੇ ਫੋੜੇ ਫਿੰਸਣੀਆਂ ਨਿਕਲ ਗਏ, ਬਿਮਾਰੀਆਂ ਲੱਗ ਗਈਆਂ। ਉਹਦੀ ਪਤਨੀ ਉਹਨੂੰ ਕਹਿੰਦੀ ਕਿ ਛੱਡ ਦੇ ਪਰਮੇਸ਼ਰ ਨੂੰ, ਉਹ ਕਹਿੰਦਾ ਨਹੀਂ ਛੱਡ ਨਹੀਂ ਸਕਦਾ, ਕਹਿੰਦਾ ਮੈਂ। ਜਦੋਂ ਉਹਨੇ ਮੂੰਹ ਚੋਂ ਅੰਗੀਕਾਰ ਕੀਤਾ ਪਰਮੇਸ਼ਰ ਨੇ ਸਭ ਕੁਝ ਵਾਪਸ ਦਿੱਤਾ ਉਹਨੂੰ, ਆਪਣੇ ਖੁਦਾ ਨੂੰ ਨਹੀਂ ਛੱਡਿਆ ਉਹਨੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਲਾਈਫ ਦੇ ਵਿੱਚ ਵੱਡੇ ਕੰਮ ਪਰਮੇਸ਼ਰ ਨੇ ਕੀਤੇ ਆ। ਮੈਂ ਚਮਤਕਾਰ ਤਾਂ ਦੇਖੋ ਹੁੰਦੇ ਹੀ ਆ, ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਨੇ ਕਿਹਾ ਆਪਣੇ ਦਾਸਾਂ ਨੂੰ ਕਿ ਆਪਣੇ ਲੋਕਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ, ਕਿਉਂਕਿ ਉਹ ਜਿੰਦਾ ਪਰਮੇਸ਼ਰ ਹੈ। ਉਹ ਕਹਿੰਦਾ ਕਿ ਮੇਰੇ ਤੋਂ ਵੱਡੇ ਵੱਡੇ ਕੰਮ ਕਰੋਗੇ ਔਰ ਕਰਦੇ ਵੀ ਆ, ਦਾਸ ਪਰਮੇਸ਼ਰ ਦੇ ਕਰਦੇ ਵੀ ਆ ਔਰ ਅਸੀਂ ਵੀ ਕਰਦੇ ਹਾਂ। ਪਰਮੇਸ਼ਰ ਸਾਨੂੰ ਚੁਣਿਆ ਹੋਇਆ ਆਪਣੇ ਵੱਡੇ ਕੰਮਾਂ ਦੇ ਲਈ। ਅੜਚਣਾ ਆਉਂਦੀਆਂ ਲੇਕਿਨ ਤੁਸੀਂ ਪਰਮੇਸ਼ਰ ਦੇ ਅੜੇ ਰਹੋ ਤੇ ਖੜੇ ਰਹੋ। ਅੜਚਣਾ ਆਉਣੀਆਂ, ਅੜਚਣਾ ਨੂੰ ਦੇਖ ਕੇ ਪਿੱਛੇ ਨਾ ਹਟੋ। देखो अंत तोड़ी तक ਜਿਹੜਾ ਸਊਗਾ ਉਹੀ स्वर्ग ਦੇ ਵਿੱਚ ਜਾਊਗਾ। मैं ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਜੀਸਸ ਨੂੰ ਨਾ ਛੱਡੋ। ਪ੍ਰਭੂ ਤੋਂ ਇਲਾਵਾ ਹੋਰ ਕੋਈ ਪਰਮੇਸ਼ਵਰ ਨਹੀਂ ਹੈਗਾ। ਮੈਂ ਬਹੁਤ ਜਗ੍ਹਾ ਤੇ ਧੱਕੇ ਖਾਦੇ ਆ, ਮੈਂ ਤੁਹਾਨੂੰ ਸੱਚ ਗੱਲ ਦੱਸਦਾ। ਇੱਕ ਕਲਾਕਾਰਾਂ ਦੇ ਨਾਲ ਰਿਹਾ, ਮੈਨੂੰ ਸਭ ਪਤਾ, ਕੋਈ ਮੇਰੇ ਪਿੱਠ ਪਿੱਛੇ ਕੁਝ ਵੀ ਬੋਲੀ ਜਾਵੇ ਬਟ ਮੈਨੂੰ ਪਤਾ ਮੈਂ ਉਹਨਾਂ ਦੇ ਨਾਲ ਰਿਹਾ ਆ। ਮੈਂ ਗੱਲ ਤੁਹਾਨੂੰ ਖੁੱਲ੍ਹ ਕੇ ਦੱਸਣਾ ਚਾਹੁੰਦਾ ਕਿ ਜੀਸਸ ਤੋਂ ਇਲਾਵਾ ਹੋਰ ਕੋਈ ਗੋਡ ਨਹੀਂ ਹੈਗਾ। ਯੀਸ਼ੂ ਮਸੀਹ ਜਿੰਦਾ ਪਰਮੇਸ਼ਵਰ ਆ।
ਠੀਕ ਆ। ਉਹਦੀ ਕਬਰ ਅੱਜ ਵੀ ਖਾਲੀ ਆ। ਜਿੱਦਾਂ ਮੈਂ ਆਪਣੀ ਗਵਾਹੀ 'ਚ ਕਿਹਾ ਸੀ ਨਾ ਕਿ ਪਵਿੱਤਰ ਆਤਮਾ ਨੇ ਮੇਰੇ ਅੰਦਰੋਂ ਦੀ ਬੋਲਿਆ, ਪ੍ਰਭੂ ਦੇ ਆਤਮਾ ਨੇ ਮੇਰੇ ਅੰਦਰੋਂ ਦੀ ਬੋਲਿਆ। ਲੋਕੀ ਕਹਿੰਦੇ ਆ ਕਿ ਇਹ ਕਿੱਥੋਂ ਬੋਲੀ ਜਾਂਦੇ। ਜਦੋਂ ਜੀਸਸ ਨੂੰ ਉਠਾਇਆ ਗਿਆ, ਪ੍ਰਭੂ ਨੇ ਕਿਹਾ ਮੈਂ ਆਪਣਾ ਪਵਿੱਤਰ ਆਤਮਾ ਭੇਜੂੰਗਾ, ਉਹ ਤੁਹਾਡੇ ਨਾਲ ਰਹੂਗਾ, ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਦੱਸੂਗਾ। ਅੱਜ ਸਾਡਾ ਪਰਮੇਸ਼ਰ ਬੰਦੇ ਦੇ ਅੰਦਰ ਜੋ ਚੱਲਦਾ ਉਹ ਸਭ ਕੁਝ ਦੱਸਦਾ ਪਰਮੇਸ਼ਰ। ਜਦੋਂ ਅਸੀਂ ਪ੍ਰਾਰਥਨਾ 'ਚ ਬੈਠੀ ਤਾਂ ਉਹਦੇ ਨਾਲ ਸਮਾਂ ਬਿਤਾਈਦਾ ਪ੍ਰਭੂ ਦੇ ਨਾਲ, ਤਾਂ ਪਰਮੇਸ਼ਰ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰਦਾ, ਦੱਸਦਾ ਵੀ ਆਹ ਬੰਦਾ ਇੱਦਾਂ, ਤਾਂ ਆਹ ਬੰਦਾ ਇੱਦਾਂ, ਆਹ ਬੰਦਾ ਇੱਦਾਂ, ਆਹ ਚੀਜ਼ ਤੋਂ ਬਚ, ਇੱਥੋਂ ਜਾ, ਇੱਥੇ ਜਾ। ਪਰਮੇਸ਼ਰ ਦਾ ਆਤਮਾ ਸਾਨੂੰ ਗਾਈਡ ਕਰਦਾ। ਮੇਰੇ ਭੈਣ ਭਰਾਓ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਅੜਚਣਾ ਆਉਣ ਜਿੰਨੀਆਂ ਮਰਜ਼ੀ ਹੋਣ, ਪਰ ਖੁਦਾ ਨੂੰ ਨਾ ਛੱਡਿਓ, ਪਿੱਛੇ ਨਾ ਹਟਿਓ, ਅੜੇ ਤੇ ਖੜੇ ਰਹੋ। ਬਿਮਾਰੀ ਆਵੇ, ਜੋ ਵੀ ਹੋਵੇ, ਜੋ ਮਰਜ਼ੀ ਹੋਵੇ, ਤੁਸੀਂ ਪਰ ਅੜੇ ਤੇ ਖੜੇ ਰਹੋ, ਇੱਕ ਦਲੇਰੀ ਦੇ ਨਾਲ ਖੜੇ ਰਹੋ। ਸੋ ਜਿਸ ਤਰ੍ਹਾਂ ਬ੍ਰਦਰ ਜੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਜਿਹੜੀ ਕ੍ਰਿਸਚੀਅਨਿਟੀ ਆ, ਮਸੀਹਤ ਆ, ਬਹੁਤ ਤੇਜ਼ੀ ਨਾਲ ਫੈਲ ਰਹੀ ਆ। ਕਿਉਂਕਿ ਬਾਈਬਲ ਕਹਿੰਦੀ ਜਦੋਂ ਲੋਕੀ ਤੁਸੀਂ ਸੱਚ ਨੂੰ ਜਾਣੋਗੇ, ਸੱਚ ਤੁਹਾਨੂੰ ਆਜ਼ਾਦ ਕਰੇਗਾ। ਜਿੱਦਾਂ ਜਿੱਦਾਂ ਲੋਕਾਂ ਨੂੰ ਸੱਚ ਦੇ ਬਾਰੇ ਪਤਾ ਲੱਗ ਰਿਹਾ ਆ, ਲੋਕੀ ਪਰਮੇਸ਼ਰ 'ਚ ਆ ਰਹੇ ਆ। ਪਰ ਉਹਦੇ ਨਾਲ ਦੇ ਨਾਲ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਆ। ਪਰ ਤੁਸੀਂ ਤਾਂ ਇੱਕ ਲਗਜ਼ਰੀ ਲਾਈਫ ਜੀ ਰਹੇ ਸੀ ਉਹ ਦਿਨਾਂ ਦੇ ਵਿੱਚ। ਤੁਸੀਂ ਇੱਕ ਬੰਬੇ ਦੇ ਵਿੱਚ ਰਹਿੰਦੇ ਸੀ, ਤੁਸੀਂ ਵੱਡੇ ਵੱਡੇ ਕਲਾਕਾਰਾਂ ਨਾਲ ਰਹਿੰਦੇ ਸੀ, ਤੁਹਾਡੇ ਕੋਲ ਪੈਸਾ ਵੀ ਖੁੱਲਾ ਹੋਏਗਾ ਉਹ ਦਿਨਾਂ ਦੇ ਵਿੱਚ। ਪਰ ਮੈਂ ਜਾਣਨਾ ਚਾਹੁੰਦਾ ਆ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਆਏ ਤੇ ਤੁਹਾਨੂੰ ਕਿੰਨੇ ਕੁ ਪੈਸੇ ਦਿੱਤੇ ਗਏ ਆ? ਇਹ ਵੀ ਮੈਂ ਗੱਲ ਤੁਹਾਨੂੰ ਦੱਸ ਦਿੰਦਾ। ਲੋਕੀ ਕਹਿੰਦੇ ਆ ਕਿ ਪੈਸੇ ਦਿੰਦੇ ਆ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੈਸੇ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਬੋ ਕੇ ਆਈਦੇ। ਪ੍ਰਭੂ ਦਾ ਜੋ ਕਹਿੰਦਾ ਨਾ, ਖਾਲੀ ਹੱਥ ਨਹੀਂ ਆਉਣਾ ਪਰਮੇਸ਼ਰ ਦੇ ਘਰ ਦੇ ਵਿੱਚ। ਪਰਮੇਸ਼ਰ ਜਿੰਨਾ ਸਾਨੂੰ ਆਤਮਾ ਅਗਵਾਈ ਕਰਦਾ ਸੀ ਦੇ ਕੇ, ਲੋਕੀ ਉੱਥੇ ਆ ਕੇ ਪ੍ਰਭੂ ਦੇ ਘਰ 'ਚ ਦਿੰਦੇ ਆ ਤਾਂ ਕਿ ਪਰਮੇਸ਼ਰ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਥੋੜ ਨਾ ਹੋਵੇ। ਠੀਕ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ। ਠੀਕ ਆ। ਕਿਸੇ ਨੇ 1 ਰੁਪਈਆ ਨਹੀਂ ਦਿੱਤਾ ਕਿ ਆ ਜਾਓ ਜੀ ਤੁਹਾਡਾ ਧਰਮ ਪਰਿਵਰਤਨ ਹੋ ਜਾਊਗਾ। ਪਹਿਲੀ ਗੱਲ ਤਾਂ ਧਰਮ ਹੈ ਹੀ ਨਹੀਂ। ਬਾਈਬਲ 'ਚ ਤਾਂ ਕਿਤੇ ਨਹੀਂ ਲਿਖਿਆ ਕਿ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡਾ ਧਰਮ ਬਦਲਣੀ ਆ। ਪਹਿਲਾਂ ਬਾਈਬਲ ਨੂੰ ਪੜ੍ਹੋ ਤਾਂ ਸਹੀ। ਤੁਸੀਂ ਐਵੇਂ ਤੀਰ ਤੁੱਕਾ ਮਾਰੀ ਜਾਂਦੇ ਆ, ਤੁਹਾਨੂੰ ਪਤਾ ਹੈ ਨਹੀਂ ਕੁਛ ਵੀ। ਪਹਿਲਾਂ ਬਾਈਬਲ ਪੜ੍ਹੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ। ਠੀਕ ਆ। ਜਿੰਨੀ ਦੇਰ ਤੱਕ ਸਾਨੂੰ ਕਿਸੇ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ, ਉਸ ਤਰੀਕੇ ਤੱਕ ਅਸੀਂ ਕਿੱਦਾਂ ਕਹਿ ਸਕਦੇ ਕਿ ਇਹ ਪੈਸੇ ਦੇ ਕੇ ਧਰਮ ਪਰਿਵਰਤਨ ਹੋ ਰਿਹਾ? ਕਿੰਨੇ ਕੁ ਪੈਸੇ ਤੁਸੀਂ ਦੇ ਕੇ ਧਰਮ ਪਰਿਵਰਤਨ ਕਰ ਲੂਗੇ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਿੱਛੇ ਜੇ ਮੇਰੀ ਇੱਕ ਇੰਟਰਵਿਊ ਹੋਰ ਹੋਈ ਸੀ ਚੈਨਲ ਦੇ ਨਾਲ, ਤੇ ਉੱਥੇ ਜਦੋਂ ਉਹਨਾਂ ਨੇ ਕਮੈਂਟ ਕੀਤੇ ਲੋਕਾਂ ਨੇ ਕਿਹਾ ਕਿ ਇਹ ਤਾਂ ਪੈਸੇ ਦੇ ਕੇ ਬੋਲੀ ਜਾਂਦਾ, ਗਲਤ ਮਲਤ ਬੋਲੀ ਜਾਂਦੇ ਸੀ। ਮੈਂ ਕਿਹਾ ਬੋਲੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਮੈਂ ਦੱਸਿਆ ਉਹਦੇ ਵਿੱਚ 2 ਤੋਂ 2.5 ਲੱਖ ਰੁਪਏ ਅਸੀਂ ਕਮਾ ਲੈਂਦੇ ਹੁੰਦੇ ਸੀ। ਮੰਨ ਲਓ ਮੈਂ ਇੱਕ ਪ੍ਰੋਗਰਾਮ ਤੋਂ 2.5 ਲੱਖ ਰੁਪਇਆ ਮੈਂ ਕਮਾ ਲਿਆ, ਠੀਕ ਆ, ਤਾਂ ਮੈਨੂੰ ਮਹੀਨਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ, ਮੈਂ ਆਰਾਮ ਨਾਲ ਬਹਿ ਕੇ ਖਾ ਸਕਦਾ। ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਲਾਕਾਰ ਜਿਹੜੇ ਹੁੰਦੇ ਨਾ, ਉਹਨਾਂ ਨੂੰ ਜਿੰਨੇ ਪੈਸੇ ਮੂੰਹ 'ਚੋਂ ਮੰਗ ਲਏ ਉਹਨਾਂ ਨੂੰ ਦੇਣੇ ਪੈਂਦੇ ਲੋਕਾਂ ਨੂੰ। ਔਰ ਜਿਹੜੇ ਲੋਕੀ ਥੱਲੇ ਕਮੈਂਟ ਕਰਦੇ ਨਾ ਕਿ ਇੰਨੇ ਪੈਸੇ ਨੂੰ ਕਿੱਥੋਂ ਮਿਲਦੇ, ਤੈਨੂੰ ਤਾਂ ਅਸੀਂ ਜਾਣਦੇ ਨਹੀਂ। ਤੁਸੀਂ YouTube ਤੇ ਜਾ ਕੇ ਸਰਚ ਕਰੋ, ਮੇਰਾ ਨਾਮ ਗਿਲਦੀਪ ਆ, ਠੀਕ ਆ, ਤੇ ਦਿਲਜੀਤ ਦੋਸਾਂਝ, ਹੋਰ ਵੀ ਜਿੰਨੇ ਉੱਥੇ ਬਾਲੀਵੁੱਡ ਦੇ ਜਿੰਨੇ ਆਰਟਿਸਟ ਆ, ਮੈਂ ਸਭ ਦੇ ਸਾਹਮਣੇ ਗਾਇਆ ਹੋਇਆ, ਪਰਫਾਰਮ ਕੀਤਾ ਹੋਇਆ। ਐਵੇਂ ਨਾ ਹਨੇਰੇ 'ਚ ਤੀਰ ਮਾਰਿਆ ਕਰੋ, ਪਹਿਲਾਂ ਸਰਚ ਕਰ ਲਿਆ ਕਰੋ ਬੰਦੇ ਬਾਰੇ ਵੀ ਕਿੱਥੋਂ ਆਇਆ ਕਿੱਥੋਂ ਨਹੀਂ। ਠੀਕ ਆ। ਐਵੇਂ ਨਾ ਇੱਦਾਂ ਬੋਲਿਆ ਕਰੋ ਕਿ ਅਸੀਂ ਨਹੀਂ ਜਾਣਦੇ ਤਾਂ ਅਸੀਂ ਨਹੀਂ ਜਾਣਦੇ। ਉਹ ਗੱਲ ਵੱਖਰੀ ਹੈ ਕਿ ਪਰਮੇਸ਼ਰ ਨੇ ਸਾਨੂੰ ਚੁਣ ਲਿਆ। ਜੇ ਇਸ ਚੀਜ਼ 'ਚ ਰਹਿੰਦੇ ਤਾਂ ਅੱਗੇ ਉਹ ਸ਼ੈਤਾਨ ਨੇ ਸਾਨੂੰ ਅੱਗੇ ਲੈ ਕੇ ਜਾਣਾ, ਪਰ ਨਹੀਂ, ਸਾਡੇ ਖੁਦਾ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਕਿਉਂਕਿ ਪਰਮੇਸ਼ਰ ਨੇ ਸਾਨੂੰ ਉਹਨਾਂ ਚੀਜ਼ ਤੋਂ ਬਚਾ ਲਿਆ। ਦੇਖਿਆ ਹੀ ਹੈ ਤੁਸੀਂ, ਵੱਡੇ ਵੱਡੇ ਕਲਾਕਾਰ ਆ, ਤੁਸੀਂ ਦੇਖਿਆ ਹੀ ਹੈ ਕਿੱਦਾਂ ਸਾਰਾ ਕੁਝ ਫੇਮ ਹੋਣ ਦੇ ਬਾਵਜੂਦ ਵੀ ਮੌਤ ਆ ਜਾਂਦੀ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੌਣ ਗੋਲੀਆਂ ਮਾਰ ਜਾਂਦਾ। ਠੀਕ ਆ। ਪਰ ਅਸੀਂ ਇਹਨਾਂ ਲਾਈਫ ਦੇ ਵਿੱਚ ਜੀਣਾ ਨਹੀਂ ਚਾਹੁੰਦੇ। ਅਸੀਂ ਸਭ ਨੂੰ ਪਿਆਰ ਕਰਦੇ ਹਾਂ। ਠੀਕ ਆ। ਅਸੀਂ ਸਾਰਿਆਂ ਨੂੰ, ਸਿੱਖਾਂ ਨੂੰ ਵੀ ਪਿਆਰ ਕਰਦੇ। ਜਿੰਨੇ ਮੇਰੇ ਖੁਦ ਦੇ ਫਰੈਂਡਸ ਨੇ ਜਿਹੜੇ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ, ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ, ਮੇਰੇ ਨਾਲ WhatsApp ਤੇ ਐਡ ਨੇ। ਉਹਨਾਂ ਨੇ ਅੱਜ ਤੱਕ ਨਹੀਂ ਮੈਨੂੰ ਕਿਹਾ ਕਿ ਵੀ ਤੂੰ ਧਰਮ ਚੇਂਜ ਕਰ ਲਿਆ, ਇੱਦਾਂ ਹੋ ਗਿਆ ਉੱਦਾਂ। ਕਦੀ ਸਹੀ ਗੱਲ ਹੀ ਮੈਨੂੰ ਕਹਿੰਦੇ ਬਹੁਤ ਅੱਛੀ ਗੱਲ ਆ, ਤੂੰ ਚੰਗੀ ਗੱਲ ਜਗ੍ਹਾ 'ਤੇ ਗਿਆ ਆ, ਤੂੰ ਬਹੁਤ ਵਧੀਆ ਕੰਮ ਕਰਦਾ, ਆਪਣੇ ਪਰਮੇਸ਼ਵਰ ਦਾ ਨਾਮ ਲੈਣਾ ਬਹੁਤ ਚੰਗੀ ਗੱਲ ਆ। ਮੇਰੇ ਖੁਦ ਕਈ ਫਰੈਂਡ ਹੈਗੇ ਆ ਜਿਨ੍ਹਾਂ ਦੀ ਮੈਰਿਜ ਹੋ ਗਈ, ਉਹਨਾਂ ਦੀ ਮੈਰਿਜ ਖਰਾਬ ਹੋ ਚੁੱਕੀ ਆ। ਉਹ ਕਹਿੰਦੇ ਯਾਰ ਬਹੁਤ ਪਰੇਸ਼ਾਨ ਆ ਅਸੀਂ, ਬਟ ਤੂੰ ਇੱਕ ਬਹੁਤ ਵਧੀਆ ਚੰਗੀ ਜਗ੍ਹਾ ਦੇ ਉੱਤੇ ਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਮੈਨੂੰ 1 ਰੁਪਈਆ ਨਹੀਂ ਕਿਸੇ ਨੇ ਵੀ ਦਿੱਤਾ। ਠੀਕ ਆ। ਤੇ ਬਾਈਬਲ ਸਾਨੂੰ ਦੱਸਦੀ ਹੈ ਮੈਂ ਤੁਹਾਡਾ ਧਰਮ ਨਹੀਂ, ਮੈਂ ਤੁਹਾਡਾ ਜੀਵਨ ਬਦਲਣ ਨਹੀਂ ਆਇਆ। ਹਾਲੇਲੂਇਆ। ਜੀਸਸ ਕ੍ਰਾਈਸਟ ਸਾਡੇ ਜੀਵਨ ਨੂੰ ਬਦਲਦੇ ਆ। ਜੇ ਤੁਸੀਂ ਕਹਿੰਦੇ ਆ ਕਿ ਅਸੀਂ ਆਪਣੇ ਧਰਮ 'ਚ ਰਹਿ ਕੇ ਬਹੁਤ ਕੁਝ ਕਰ ਸਕਦੇ, ਕੁਝ ਨਹੀਂ ਕਰ ਸਕਦੇ। ਦੇਖੋ ਆਪਣੇ ਧਰਮ ਮੈਂ ਵੀ ਰਿਹਾ ਆ। ਮੈਂ ਅਗਰ ਚਾਹੁੰਦਾ ਸੀ ਕਿ ਮੈਂ ਨਸ਼ੇ ਨੂੰ ਛੱਡਾਂ, ਮੈਂ ਨਹੀਂ ਛੱਡ ਸਕਦਾ। ਮੇਰੀ ਤਲਬ ਹੋਰ ਵੱਧਦੀ ਸੀ ਕਿ ਮੈਂ ਡਰਿੰਕ ਕਰਾਂ, ਬੀਅਰ ਪੀਵਾਂ, ਸਿਗਰਟ ਪੀਵਾਂ, ਗਲਤ ਕੰਮ ਕਰਾਂ। ਮੇਰੀ ਉਹ ਤਲਬ ਹੀ ਨਹੀਂ ਟੁੱਟਦੀ ਹੁੰਦੀ ਕਿ ਕੋਈ ਤੋੜ ਹੀ ਨਹੀਂ ਸਕਿਆ ਉਸ ਚੀਜ਼ ਨੂੰ। ਪਰ ਮੇਰੇ ਪਾਪ ਨੂੰ ਖਤਮ ਯਿਸੂ ਮਸੀਹ ਨੇ ਕੀਤਾ। ਮੇਰੇ ਪਾਪ ਨੂੰ ਯਿਸੂ ਮਸੀਹ ਨੇ ਖਤਮ ਕੀਤਾ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ 1 ਰੁਪਈਆ ਨਹੀਂ ਮੈਨੂੰ ਕਿਸੇ ਨੇ ਦਿੱਤਾ, ਮੈਨੂੰ ਜੀਸਸ ਨੇ ਆਪ ਬੁਲਾਇਆ ਆਪਣੇ ਘਰ ਦੇ ਵਿੱਚ ਕਿ ਤੂੰ ਆ ਔਰ ਤੈਨੂੰ ਮੈਂ ਚੁਣਿਆ ਹੋਇਆ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਮਸੀਹ ਤੋਂ ਪਹਿਲਾਂ ਮੈਂ ਇੱਕ ਧਰਮ ਦੇ ਵਿੱਚ ਗਿਆ, ਮੈਂ ਨਾਮ ਨਹੀਂ ਲੈਣਾ,
ਤੇ ਉਹ ਜਦੋਂ ਆਪਣਾ ਪੜ੍ਹਦੇ ਸੀ ਕਲਮਾਂ ਤੇ ਮੈਨੂੰ ਕਹਿੰਦੇ ਕਿ ਇਦਾਂ ਮੇਰੇ ਪਿੱਛੇ ਪਿੱਛੇ ਬੋਲ। ਮੈਂ ਜਦੋਂ ਉਹਨਾਂ ਦੇ ਪਿੱਛੇ ਬੋਲਦਾ ਸੀ ਮੈਨੂੰ ਉਦੋਂ ਮੇਰੇ ਲੈਫਟ ਕੰਨ ਦੇ ਵਿੱਚ ਆਵਾਜ਼ ਆਈ ਸੀ ਕਿ ਤੂੰ ਮੇਰੀ ਭੇਡ ਆ ਤੇ ਮੈਂ ਤੈਨੂੰ ਕਿਤੇ ਜਾਣ ਨਹੀਂ ਦੇਣਾ। ਮੈਂ ਕਿਹਾ ਭੇਡ ਕੌਣ ਕਹਿੰਦਾ? ਮੈਂ ਕਿਹਾ ਬੋਲਦੇ ਤਾਂ ਇਹ ਪਏ। ਮੈਂ ਕਿਹਾ ਮੇਰੀ ਕੰਨ 'ਚ ਆਵਾਜ਼ ਕਿਹਦੀ ਆ ਰਹੀ ਆ ਵੀ ਤੂੰ ਮੇਰੀ ਭੇਡ ਆ ਤੇ ਮੈਂ ਤੈਨੂੰ ਕਿਤੇ ਜਾਣ ਨਹੀਂ ਦੇਣਾ। ਮੈਂ ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਬਾਈਬਲ ਦੇ ਵਿੱਚ ਲਿਖਿਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ। ਹਾਲੇਲੂਇਆ। ਪਰਮੇਸ਼ਵਰ ਕਹਿੰਦਾ ਮੈਂ ਆਪਣੀਆਂ ਭੇਡਾਂ ਨੂੰ ਖਰਾਬ ਨਹੀਂ ਹੋਣ ਦਿੰਦਾ, ਔਰ ਜਿਹਨੂੰ ਉਹਨੇ ਚੁਣਿਆ ਨਾ ਤੇ ਫਿਰ ਉਹਨੂੰ ਖੜਾ ਵੀ ਕਰਦਾ। ਉਹਦੇ ਪਿੱਛੇ ਸਪੋਰਟ ਰਹਿੰਦੀ ਹੈ ਪੂਰੀ, ਦੂਤ ਉਹਦੇ ਨਾਲ ਰਹਿੰਦੇ ਆ। ਪਰਮੇਸ਼ਵਰ ਨੇ ਮੈਨੂੰ ਚੁਣਿਆ, ਮੈਨੂੰ ਕਿਸੇ ਨੇ 1 ਰੁਪਈਆ ਨਹੀਂ ਦਿੱਤਾ ਕਿ ਆ ਜਾ ਤੇਰਾ ਧਰਮ ਬਦਲ ਦਿੰਦੇ ਆ। ਮੈਂ ਤੁਹਾਨੂੰ ਇਹ ਦੱਸਾਂ, ਜਿਹੜੇ ਕਹਿੰਦੇ ਆ ਨਾ ਕਿ ਇਹ ਤੈਨੂੰ ਅਸੀਂ ਜਾਣਦੇ ਨਹੀਂ ਜਾਂ ਨਹੀਂ ਜਾਣਦੇ, ਉਹ ਗੱਲ ਵੱਖਰੀ। ਤੁਸੀਂ ਨਹੀਂ ਜਾਣਦੇ ਹੋਗੇ, ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਕੰਮ ਕੀਤਾ ਨਾ, ਮੈਨੂੰ ਤਾਂ ਪਤਾ ਮੈਂ ਇੰਡਸਟਰੀ 'ਚ ਕੰਮ ਕੀਤਾ ਆ ਤੇ ਮੈਂ ਲਵਲੀ 'ਚ ਪੜ੍ਹਿਆ ਹੋਇਆ। ਨਹੀਂ ਪਤਾ ਤਾਂ ਉੱਥੇ ਜਾ ਕੇ ਪੁੱਛ ਲਿਓ ਤੁਸੀਂ ਵੀ ਇਹ ਮੁੰਡਾ ਇੱਥੇ ਪੜ੍ਹਦਾ ਹੁੰਦਾ ਸੀ। ਜੇ ਨਹੀਂ ਪਤਾ ਤਾਂ YouTube ਤੇ ਸਰਚ ਕਰ ਲਿਓ। ਮੈਂ ਉਹਨਾਂ ਕਲਾਕਾਰਾਂ ਦਾ ਤਾਂ ਨਾਮ ਨਹੀਂ ਲੈਣਾ, ਉਹਨਾਂ ਨੂੰ ਵੀ ਮੇਰੇ ਬਾਰੇ ਪਤਾ ਹੀ ਆ ਤੇ ਜਿਨ੍ਹਾਂ ਪਿੱਛੇ ਲੋਕੀ ਭੱਜਦੇ ਫਿਰਦੇ ਆ, ਠੀਕ ਆ, ਉਹ ਸਭ ਮੈਨੂੰ ਜਾਣਦੇ ਹੀ ਆ। ਗੱਲ ਇਹ ਆ ਕਿ ਕੋਈ ਕਿਸੇ ਨੂੰ ਪੈਸੇ ਦੇ ਕੇ ਧਰਮ ਨਹੀਂ ਪਰਿਵਰਤਨ ਕਰਦਾ, ਕੋਈ ਕੁਛ ਨਹੀਂ। ਇਹ ਬੰਦੇ ਦੀ ਇੱਛਾ ਆ ਕਿ ਆਪਾਂ ਅਗਰ ਲਾਅ ਦੇ ਅਕੋਰਡਿੰਗ ਦੇਖੀਏ ਤਾਂ ਕੋਈ ਵੀ ਬੰਦਾ ਦਿਨ 'ਚ ਕੋਈ ਵੀ ਧਰਮ ਅਪਣਾ ਸਕਦਾ, ਇਹ ਉਹਦੀ ਇੱਛਾ ਹੈ। ਹੁਣ ਗੌਰਮੈਂਟ ਨੇ ਵੀ ਇਹ ਰੂਲ ਕੀਤਾ ਵੀ ਬੰਦਾ ਜਿੱਧਰ ਨੂੰ ਮਰਜ਼ੀ ਜਾ ਸਕਦਾ, ਠੀਕ ਆ। ਉਹ ਉਹਦੀ ਇੱਛਾ, ਕਿਹਨੂੰ ਅਸੈਪਟ ਕਰਨਾ ਕਿਹਨੂੰ ਨਹੀਂ। ਇਹ ਲੋਕ ਨਹੀਂ ਦੱਸ ਸਕਦੇ ਕਿ ਇਹ ਪਖੰਡ ਕਰਦੇ ਆ ਜਾਂ ਇਹ ਧਰਮ ਪਰਿਵਰਤਨ ਕਰਦੇ ਆ। ਤੁਸੀਂ ਕਿੱਦਾਂ ਕਹਿ ਸਕਦੇ ਵੀ ਪਖੰਡ ਕਰਦੇ ਆ? 3600 ਵੀਡੀਓ ਮੈਂ ਤੁਹਾਨੂੰ ਕੱਢ ਕੇ ਦਿਖਾ ਦੂੰਗਾ ਕਿ ਹੋਰਾਂ ਧਰਮਾਂ ਦੇ ਵਿੱਚ ਵੀ ਪਖੰਡ ਹੁੰਦੇ। ਅਸੀਂ ਤਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਅਸੀਂ ਤਾਂ ਕੁਝ ਕਹਿੰਦੇ ਨਹੀਂ ਕਿ ਇਹ ਪਖੰਡ ਕਰਦੇ ਆ। ਸਾਡਾ ਪਰਮੇਸ਼ਵਰ ਜਿਹੜਾ ਪਵਿੱਤਰ ਆਤਮਾ ਨਾ, ਉਹ ਆਪਣੇ ਢੰਗ ਦੇ ਨਾਲ ਕੰਮ ਕਰਦਾ, ਕਿਸੇ ਕੋਲ ਪੁੱਛ ਕੇ ਨਹੀਂ ਕਰਦਾ। ਸਾਡਾ ਪਰਮੇਸ਼ਵਰ ਜੇ ਕਹਿੰਦੇ ਆ ਨਾ ਤੁਸੀਂ ਲੋਕ ਕਿ ਧਰਮ ਪਰਿਵਰਤਨ ਕਰਦੇ ਆ, ਮੁਰਦੇ ਨੂੰ ਜੀਂਦੇ ਕਿੱਦਾਂ ਕਰ ਦੂਗੇ, ਅਸੀਂ ਪੈਸੇ ਦਿੰਦੇ ਆ ਮੁਰਦਾ ਜਿੰਦਾ ਕਰਕੇ ਦਿਖਾਓ। ਪਰਮੇਸ਼ਵਰ ਸਾਡਾ ਨੌਕਰ ਨਹੀਂ ਲੱਗਾ ਆ ਕਿ ਪਰਮੇਸ਼ਵਰ ਨੂੰ ਅਸੀਂ ਪ੍ਰਭੂ ਆ ਕੰਮ ਕਰਦੇ ਫਟਾਫਟ ਇਹਨੂੰ ਠਾਲ ਦੇ। ਉਹ ਪ੍ਰਭੂ ਆਪਣੀ ਮਰਜ਼ੀ ਨਾਲ ਕਰੂਗਾ। ਉਹ ਕਹਿੰਦਾ ਜੇ ਤੇ ਮੈਂ ਦਇਆ ਕਰਨੀ ਚਾਹਾਂ, ਬਾਈਬਲ 'ਚ ਲਿਖਿਆ ਪਰਮੇਸ਼ਵਰ ਕਹਿੰਦਾ ਕਿ ਜਿਹਦੇ ਤੇ ਮੈਂ ਦਇਆ ਕਰਨੀ ਚਾਹਾਂ ਮੈਂ ਉਹਦੇ ਤੇ ਕਰਦਾ। ਪ੍ਰਭੂ ਸਾਡਾ ਨੌਕਰ ਨਹੀਂ ਲੱਗਾ ਕਿ ਪ੍ਰਭੂ ਇਹਨੂੰ ਕਰਦੇ ਦਿਖਾ ਇਹਨੂੰ ਆਪਣਾ ਜਲਵਾ। ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਹੋਣਾ ਕੰਮ, ਨਹੀਂ ਤਾਂ ਇਦਾਂ ਨਹੀਂ ਹੋਣਾ ਕੰਮ। ਪਾਦਰੀ ਕੰਮ ਨਹੀਂ ਕਰਦੇ, ਪਾਸਟਰਸ ਕੰਮ ਨਹੀਂ ਕਰਦੇ, ਕਰਦਾ ਪ੍ਰਭੂ ਆ ਕੰਮ। ਜੇ ਪਰਮੇਸ਼ਵਰ ਦੀ ਇੱਛਾ ਹੋਵੇ ਤਾਂ। ਅਸੀਂ ਆਕੜ ਕੇ ਨਹੀਂ ਅਸੀਂ ਕਹਿਣਾ ਕਿ ਪ੍ਰਭੂ ਇਹਨੂੰ ਜਿੰਦਾ ਕਰ, ਐਂ ਕਰ, ਅਸੀਂ ਦੇਖਣਾ ਚਾਹੁੰਦੇ ਤੇਰੇ ਚਮਤਕਾਰਾਂ ਨੂੰ ਦੇਖਣੇ। ਉਹ ਬੇਵਕੂਫੀ ਵਾਲੇ ਕੰਮ ਹੁੰਦੇ ਆ। ਬਾਈਬਲ ਦੇ ਵਿੱਚ ਜਦੋਂ ਪੌਲੁਸ ਨੂੰ ਸੱਪ ਨੇ ਕੱਟਿਆ ਸੀਗਾ ਤੇ ਉਹਦਾ ਲੱਕੜੀਆਂ ਚੁਗਦਾ ਫਿਰਦਾ ਸੀ ਤੇ ਅਚਾਨਕ ਉਹਨੂੰ ਸੱਪ ਨੇ ਕੱਟ ਲਿਆ, ਫਿਰ ਵੀ ਸੱਪ ਉਹਦਾ ਕੁਝ ਕਰ ਨਹੀਂ ਸਕਿਆ, ਜ਼ਹਿਰ ਉਹਦਾ ਕੁਝ ਕਰ ਨਹੀਂ ਸਕੀ। ਲੋਕੀ ਕਹਿੰਦੇ ਕਿ ਇਹਨੇ ਮਰ ਜਾਣਾ, ਫਿਰ ਵੀ ਉਹਨੂੰ ਸੱਪ, ਕਿਉਂਕਿ ਉਹਨੇ ਅਚਾਨਕ ਕੱਟਿਆ। ਜੇ ਹੁਣ ਉਹ ਜੇ ਆਪ ਹੀ ਸੱਪ ਨੂੰ ਫੜ ਕੇ ਆਪਣੇ ਡੰਗ ਮਾਰ ਲਈ, ਉਹ ਤਾਂ ਫਿਰ ਉਹ ਵਾਲਾ ਕੰਮ ਹੋ ਜਾਂਦਾ, ਆ ਬੈਲ ਮੁਝੇ ਮਾਰ, ਹੈ ਨਾ। ਉਹ ਬਾਈਬਲ ਸਾਨੂੰ ਦੱਸਦੀ ਆ ਕਿ ਆਪਣੇ ਪਰਮੇਸ਼ਵਰ ਦੀ ਪਰਖ ਨਾ ਕਰ, ਤੂੰ ਉਹਨੂੰ ਪਰਖ ਨਾ ਕਰ ਕਿ ਮੈਂ ਦੇਖਦਾ ਮੈਨੂੰ ਬਚਾਉਂਦਾ ਹੈ ਕਿ ਨਹੀਂ ਬਚਾਉਂਦਾ ਪਰਮੇਸ਼ਵਰ। ਇਹ ਤਾਂ ਫਿਰ ਬੇਵਕੂਫੀ ਵਾਲੇ ਕੰਮ ਹੋ ਗਏ। ਬੁੱਧੀ ਵੀ ਦਿੱਤੀ ਹੈ ਸਾਨੂੰ ਪਰਮੇਸ਼ਵਰ ਨੇ, ਸਾਨੂੰ ਕੋਈ ਧੱਕੇ ਨਾਲ ਨਹੀਂ ਧਰਮ ਦੇ ਵਿੱਚ ਲੈ ਕੇ ਜਾ ਸਕਦਾ। ਪਹਿਲੀ ਗੱਲ ਤਾਂ ਇਹ ਧਰਮ ਨਹੀਂ ਹੈਗਾ, ਬਿਲਕੁਲ ਧਰਮ ਨਹੀਂ ਹੈਗਾ। ਬਾਈਬਲ ਨੂੰ ਪੜ੍ਹੋ, ਕਿਤੇ ਨਹੀਂ ਲਿਖਿਆ ਕਿ ਇਹ ਧਰਮ ਆ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਯਿਸੂ ਮਸੀਹ ਸੱਚ ਆ, ਸੱਚ ਨੂੰ ਤੁਸੀਂ ਜਾਣੋਗੇ, ਸੱਚ ਤੁਹਾਨੂੰ ਆਜ਼ਾਦ ਕਰੂਗਾ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਜਿਹੜੇ ਮੁੰਡੇ ਕੁੜੀਆਂ ਅਜੇ ਵੀ ਅੰਧਕਾਰ ਦੇ ਵਿੱਚ ਫਸੇ ਆ, ਪਾਪ ਦੇ ਵਿੱਚ ਫਸੇ ਆ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜਿੰਨੇ ਵੀ ਮੇਰੇ ਭੈਣ ਭਰਾ, ਮੈਂ ਇਹੀ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਜਿੰਨੇ ਯੰਗਸਟਰਸ ਨੇ ਉਹ ਆਪਣੀ ਲਾਈਫ ਦੇ ਵਿੱਚ ਕੁਝ ਅਚੀਵ ਕਰਨਾ ਚਾਹੁੰਦੇ ਆ ਕਿ ਮੈਂ ਇਸ ਲੈਵਲ ਤੇ ਪਹੁੰਚਣਾ ਚਾਹੁੰਦਾ, ਮੈਂ ਇਸ ਲੈਵਲ ਤੇ ਪਹੁੰਚਣਾ ਚਾਹੁੰਦਾ, ਮੈਂ ਵਰਸ਼ਿਪਰ ਬਣਨਾ ਚਾਹੁੰਦਾ, ਮੈਂ ਕੁਝ ਹੋਰ ਬਣਨਾ ਚਾਹੁੰਦਾ ਜਾਂ ਕਲਾਕਾਰ ਬਣਨਾ, ਜੇ ਆਪਾਂ ਦੁਨੀਆਦਾਰੀ ਦਾ ਵੀ ਲਾ ਲਈਏ ਹਿਸਾਬ ਕਿਤਾਬ। ਮੈਂ ਆਪਣੇ ਯੰਗਸਟਰਸ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਤੁਸੀਂ ਜੀਸਸ ਨੂੰ ਪਹਿਲਾਂ ਜਾਣੋ, ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਪੜ੍ਹੋ ਬਾਈਬਲ ਦੇ ਵਿੱਚ ਕੀ ਲਿਖਿਆ। ਜੇ ਤੁਸੀਂ ਦੁਨੀਆਦਾਰੀ ਦੇ ਵਿੱਚ ਭੱਜੋਗੇ ਤੁਹਾਨੂੰ ਕੁਛ ਵੀ ਨਹੀਂ ਮਿਲਣਾ। ਮੇਰੇ ਤੋਂ ਲਿਖਾ ਕੇ ਲੈ ਲਓ, ਕੁਛ ਨਹੀਂ ਮਿਲਣਾ ਤੁਹਾਨੂੰ। ਮੈਂ ਭੱਜ ਕੇ ਦੇਖਿਆ, ਮੈਨੂੰ ਕੁਛ ਨਹੀਂ ਮਿਲਿਆ। ਜਦੋਂ ਮੈਂ ਜੀਸਸ ਨੂੰ ਐਕਸੈਪਟ ਕੀਤਾ ਤੇ ਮੇਰੀ ਲਾਈਫ ਦੇ ਵਿੱਚ ਪੀਸ ਆਇਆ, ਸ਼ਾਂਤੀ ਆਈ, ਬਲੈਸਿੰਗਸ ਆਈਆਂ, ਠੀਕ ਆ। ਅਸੀਂ ਸਵਰਗ ਦੇ ਭਾਗੀ ਬਣਨਾ ਆ। ਅਸੀਂ ਸੱਚੇ ਪਰਮੇਸ਼ਵਰ ਨੂੰ ਜਾਣਨਾ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦਾ ਆ। ਹੁਣ ਤੁਸੀਂ ਦੇਖੋ ਤੇਜ਼ੀ ਦੇ ਨਾਲ ਪਰਮੇਸ਼ਵਰ ਦੇ ਕੰਮ ਹੋ ਰਿਹਾ। ਯੰਗਸਟਰਸ ਭੈਣ ਭਰਾ ਕੰਮ ਕਰ ਰਹੇ ਆ ਪਰਮੇਸ਼ਵਰ ਦਾ। ਵਚਨ ਦੇ ਵਿੱਚ ਲਿਖਿਆ, ਪ੍ਰੇਰਿਤੋਂ ਦੇ ਕੰਮ ਦੇ ਵਿੱਚ ਵੀ ਲਿਖਿਆ ਕਿ ਮੈਂ ਆਪਣਾ ਅੰਤ ਦੇ ਸਮੇਂ ਦੇ ਵਿੱਚ ਮੈਂ ਆਪਣਾ ਆਤਮਾ ਸਭ ਮਨੁੱਖ ਤੇ ਢੇਲ ਦੂੰਗਾ, ਹਨ। ਜਵਾਨ ਵੀ ਕੰਮ ਕਰੂਗੇ, ਪਰਮੇਸ਼ਵਰ ਕੰਮ ਕਰਦੇ ਪਏ ਆ। ਯੰਗਸਟਰਸ ਜਿੰਨੇ ਮੇਰੇ ਭੈਣ ਭਰਾ ਕੰਮ ਕਰਦੇ ਪਏ, ਦੇਖੋ ਤੁਹਾਡੇ ਤੋਂ ਪਰਮੇਸ਼ਵਰ ਨੇ ਵੱਡੇ ਕੰਮ ਲੈਣੇ ਆ। ਤੁਹਾਨੂੰ ਪਰਮੇਸ਼ਵਰ ਨੇ ਚੁਣਨਾ ਆਪਣੇ ਕੰਮਾਂ ਦੇ ਲਈ। ਉਹ ਗੱਲ ਵੱਖਰੀ ਕਿ ਟਾਈਮ ਤੁਹਾਨੂੰ ਲੱਗ ਜਾਊਗਾ, ਬਟ ਤੁਹਾਡਾ ਕੋਈ ਧਰਮ ਨਹੀਂ ਚੇਂਜ ਹੋਣਾ। ਤੁਹਾਨੂੰ ਜਿੰਨੇ ਮੇਰੇ ਭੈਣ ਭਰਾ ਯੰਗ, ਉਹ ਸੁਣ ਲਓ ਇਹ ਗੱਲ ਨੂੰ ਕਿ ਦੇਖੋ ਤੁਸੀਂ ਪਰਮੇਸ਼ਵਰ ਨੂੰ ਅਸੈਪਟ ਕਰੋ। ਤੁਸੀਂ ਦੇਖੋ, ਤੁਸੀਂ ਪਹਿਲਾਂ ਬਾਈਬਲ ਨੂੰ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੂਗਾ। ਨਿਊ ਟੈਸਟਮੈਂਟ ਤੋਂ ਸਟਾਰਟ ਕਰੋ।
ਜਦੋਂ ਆਪਾਂ नया नियम ਬਾਈਬਲ ਦੇ ਵਿੱਚ ਪੜ੍ਹਦੇ ਉਹਨੂੰ ਸਟਾਰਟ ਕਰੋ, ਪੜ੍ਹੋ ਪ੍ਰਭੂ ਯਿਸੂ ਮਸੀਹ ਦਾ ਜਨਮ ਕਿੱਦਾਂ ਹੋਇਆ, ਕੀ ਉਹਨਾਂ ਦੇ ਮਾਂ ਬਾਪ ਜਿਹੜੇ ਸ਼ਾਰੀਰਿਕ ਉਹਨਾਂ ਦੇ ਮਾਤਾ ਪਿਤਾ ਸੀਗੇ ਧਰਤੀ ਦੇ ਉੱਤੇ, ਠੀਕ ਆ। ਪੜ੍ਹੋ ਕੀ ਨਾਮ ਉਹਨਾਂ ਦਾ, ਕਿੱਦਾਂ ਜਨਮ ਹੋਇਆ, ਕਿੰਨੇ ਭੈਣ ਭਰਾ ਸੀਗੇ, ਕਿੰਨੇ ਪ੍ਰਭੂ ਦੇ ਚੇਲੇ ਸੀਗੇ, ਕੀ ਪ੍ਰਭੂ ਨੇ ਸੰਦੇਸ਼ ਦਿੱਤਾ, ਪਿਆਰ ਦਾ ਸੰਦੇਸ਼ ਦਿੱਤਾ। ਪੜ੍ਹੋ ਤੁਸੀਂ ਅੰਤ ਦੇ ਸਮੇਂ ਦੇ ਵਿੱਚ ਕੀ ਹੋਣਾ, ਪ੍ਰਕਾਸ਼ਿਤ ਵਾਕਿਆ ਪੜ੍ਹੋ, ਠੀਕ ਹੈ। ਬਾਈਬਲ ਨੂੰ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ। ਮੇਰੇ ਯੰਗਸਟਰ ਜਿੰਨੇ ਭੈਣ ਭਰਾ, ਆਪਣੀ ਲਾਈਫ ਨੂੰ ਇੱਦਾਂ ਖਰਾਬ ਨਾ ਕਰੋ, ਪਾਪ ਦੇ ਵਿੱਚ ਨਾ ਬਤੀਤ ਕਰੋ, ਸਪੈਂਡ ਨਾ ਕਰੋ, ਸ਼ੈਤਾਨ ਨੂੰ ਮੌਕਾ ਨਾ ਦਿਓ, ਫੋਨਾਂ ਚਲਾਉਣ ਦੇ ਵਿੱਚ ਨਾ ਸਮਾਂ ਆਪਣਾ ਖਰਾਬ ਕਰੋ। ਜੇ ਫੋਨ ਨੂੰ ਯੂਜ਼ ਕਰਦੇ ਤਾਂ ਪ੍ਰਭੂ ਦੀ ਮਹਿਮਾ ਲਈ ਯੂਜ਼ ਕਰੋ। ਮੈਂ ਇਹੀ ਕਹਿਣਾ ਚਾਹੁੰਦਾ, ਅਗਰ ਮੇਰੇ ਤੋਂ ਬੋਲਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾफ़ ਕਰਿਓ, ਤਾਂ ਕਿ ਦੇਖੋ ਇਹ ਮੈਂ ਖੁਦਾ ਦਾ ਕਲਾਮ ਦੱਸਿਆ, ਜੋ ਮੈਨੂੰ ਪਵਿੱਤਰ ਆਤਮਾ ਨੇ ਗਾਈਡ ਕੀਤਾ ਆ, ਮੈਂ ਤੁਹਾਨੂੰ ਉਹੀ ਦੱਸ ਰਿਹਾ। ਕਿਉਂਕਿ ਵਚਨ ਦੇ ਵਿੱਚ, ਨੀਤੀ ਵਚਨ 'ਚ ਲਿਖਿਆ ਕਿ हे ਮੇਰੇ ਪੁੱਤਰ, ਅਗਰ ਤੂੰ ਸਿੱਧੀ ਬਾਤ ਬੋਲੇ ਤਾਂ ਮੇਰਾ ਹੀ ਮਨ ਪ੍ਰਸੰਨ ਹੋਗਾ। ਹਾਲੇਲੂਇਆ। ਅਸੀਂ ਸਿੱਧੀ ਗੱਲ ਬੋਲਣੀ ਆ। ਸਾਡਾ ਪਰਮੇਸ਼ਰ ਸਾਨੂੰ ਕਹਿੰਦਾ ਕਿ ਜੋ ਮੈਂ ਤੈਨੂੰ ਦੱਸਿਆ ਉਹੀ ਬੋਲਣਾ, ਆਪਣੀ ਮਰਜ਼ੀ ਦੇ ਨਾਲ ਨਹੀਂ ਅਸੀਂ ਬੋਲ ਸਕਦੇ। ਸਾਨੂੰ ਪਵਿੱਤਰ ਆਤਮਾ, ਹੁਣ ਵੀ ਅਸੀਂ ਪ੍ਰਾਰਥਨਾ ਕਰਕੇ ਆਏ ਕਿ ਪ੍ਰਭੂ ਅਸੀਂ ਨਹੀਂ, ਸਾਡੇ ਅੰਦਰ ਦੀ ਤੁਹਾਡਾ ਆਤਮਾ ਗੱਲ ਕਰੇ। ਔਰ ਜਿੰਨੇ ਮੇਰੇ ਭੈਣ ਭਰਾ ਆ ਤੇ ਉਹ ਜਿੰਨੇ ਦੇਖ ਰਹੇ ਆ, ਇਸ ਜੋ ਗਵਾਹੀ ਮੈਂ ਦਿੱਤੀ ਆ ਜਾਂ ਵਚਨ ਬੋਲਿਆ, ਇਸ ਗਵਾਹੀ ਦੇ ਦੌਰਾਨ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਚਰਚ ਦੇ ਵਿੱਚ ਵਰਸ਼ਿਪ ਕਰਦੇ ਹੋ, ਜਦੋਂ ਤੁਸੀਂ ਗਾਉਂਦੇ ਹੋ, ਤੇ ਪਵਿੱਤਰ ਆਤਮਾ ਜਿਹੜਾ ਲੋਕਾਂ ਉੱਤੇ ਉਤਰਦਾ ਆ, ਲੋਕ ਝੂਮਦੇ ਆ, ਨੱਚਦੇ ਆ, ਗਾਉਂਦੇ ਆ, ਮਤਲਬ ਉਹਨਾਂ ਨੂੰ ਵਧੀਆ ਫੀਲ ਹੁੰਦਾ ਹੈ ਤੁਹਾਡੀ ਆਰਾਧਨਾ ਦੇ ਨਾਲ। ਤੇ ਇਸ ਲਈ ਮੇਰੀ ਰਿਕੁਐਸਟ ਆ ਕਿ ਜੇ ਤੁਸੀਂ 2 ਲਾਈਨਾਂ ਦਰਸ਼ਕਾਂ ਵਾਸਤੇ ਸੁਣਾ ਦਿਓ। ਇੱਕ ਬਹੁਤ ਸੋਹਣਾ ਗੀਤ ਆ, ਇੱਕ ਬ੍ਰਦਰ ਸੁਖ ਭੋਗੋਵਾਲ ਜਿੰਨੇ ਜਿਹੜੇ ਆਪਾਂ ਖਾਂਬਰੇ ਚਰਚ ਦੇ ਵਿੱਚ ਜਿੰਨੇ ਗੀਤ ਗਾਉਂਦੇ ਆ, ਉਹਨਾਂ ਨੇ ਉਹ ਮੈਨੂੰ ਲਿਖੇ ਦਿੰਦੇ ਆ ਗੀਤ, ਉਹਨਾਂ ਦੀ ਕੰਪੋਜ਼ ਹੁੰਦੀ ਹੈ, ਬਹੁਤ ਸੋਹਣਾ ਗੀਤ ਆ। खुदावंद के लोगों तालियां बजाओ, खुदावंद के लोगों तालियां बजाओ, खुदा रहा है, खुदा रहा है, ऊंचे सर से गाओ, खुदावंद के लोगों तालियां बजाओ, खुदावंद के लोगों तालियां बजाओ। हालेलुया। सो ब्रदर जी, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਹੈ। ਪ੍ਰਭੂ ਦਾ ਧੰਨਵਾਦ ਹੈ ਕਿ ਪਰਮੇਸ਼ਰ ਨੇ ਤੁਹਾਡੇ ਨਾਲ ਸਾਨੂੰ ਮਿਲਣ ਦਾ ਮੌਕਾ ਦਿੱਤਾ, ਉਹ ਜੀ ਤੁਹਾਡੇ ਚੈਨਲ ਤੇ ਪ੍ਰਭੂ ਨੇ ਮੌਕਾ ਦਿੱਤਾ। ਇਹ ਦੇਖੋ, ਇਹ ਨਹੀਂ ਹੁੰਦਾ ਕਿ ਸਾਡੇ ਸਬਸਕ੍ਰਾਈਬਰ ਘੱਟ ਨੇ ਜਾਂ ਵੱਧ ਨੇ, ਗੱਲ ਇਹ ਆ ਕਿ ਅਸੀਂ ਪਰਮੇਸ਼ਵਰ ਦੇ ਕਲਾਮ ਨੂੰ ਅੱਗੇ ਲੈ ਕੇ ਜਾਣਾ ਹੈ, ਪਰਮੇਸ਼ਵਰ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ। ਇਹ ਪ੍ਰਭੂ ਨੇ ਤੁਹਾਡੇ ਮਨ 'ਚ ਪਾਇਆ, ਤੁਸੀਂ ਮੇਰੇ ਨਾਲ ਕੰਟੈਕਟ ਕੀਤਾ, ਆਪਾਂ ਮਿਲੇ ਆ, ਹੈ ਨਾ। ਪਰਮੇਸ਼ਰ ਦਾ ਵਚਨ ਕਹਿੰਦਾ ਕਿ ਆਪਸ ਦੇ ਵਿੱਚ ਮਿਲ ਜੁਲ ਕੇ ਰਹੋ, ਹੈ ਨਾ। ਪਰਮੇਸ਼ਰ ਦੇ ਵਚਨ ਨੂੰ ਅੱਗੇ ਲੈ ਕੇ ਜਾਓ, ਪ੍ਰਭੂ ਦਾ ਕੰਮ ਕਰੋ ਪੂਰੀ ਦੁਨੀਆ ਦੇ ਵਿੱਚ। ਮੈਂ ਇਹੀ ਚਾਹੁੰਦਾ ਕਿ ਜਿੰਨੇ ਮੇਰੇ ਭੈਣ ਭਰਾ ਮੈਨੂੰ ਦੇਖਦੇ ਆ, ਬੁੱਢੇ ਬਜ਼ੁਰਗ ਵੀ ਜਿੰਨੇ ਸਾਨੂੰ ਦੇਖਦੇ ਆ, ਸਾਰੇ ਲੋਕ ਜਿੰਨੇ ਦੇਖਦੇ ਆ, ਮੈਂ ਤੁਹਾਨੂੰ ਚਾਹੁੰਦਾ ਕਿ ਪ੍ਰਭੂ ਦਾ ਕੰਮ ਡਟ ਕੇ ਕਰੋ, ਪਰਮੇਸ਼ਰ 'ਚ ਅੜੇ ਰਹੋ, ਖੜੇ ਰਹੋ, ਔਰ ਜਿੰਨਾ ਹੋ ਸਕਦਾ ਇਹਨਾਂ ਦਾ ਸਾਥ ਦਿਓ ਕਿ ਪਰਮੇਸ਼ਰ ਦੇ ਕੰਮ ਨੂੰ ਇਹ ਅੱਗੇ ਲੈ ਕੇ ਜਾ ਸਕਣ। ਇਹਨਾਂ ਲਈ ਦੁਆ ਕਰੋ, ਭਾਜੀ ਉਹਨਾਂ ਲਈ ਦੁਆ ਕਰੋ, ਸਾਡੇ ਲਈ ਦੁਆ ਕਰੋ। ਅਸੀਂ ਵੀ ਤੁਹਾਡੇ ਸਭ ਲਈ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਤੁਹਾਨੂੰ ਆਪਣੇ ਕੰਮਾਂ ਲਈ ਯੂਜ਼ ਕਰੇ, ਤੁਹਾਨੂੰ ਸਾਰਿਆਂ ਨੂੰ ਬਚਾ ਕੇ ਰੱਖੇ। ਸਾਰਿਆਂ ਨੂੰ ਗੋਡ ਬਲੈਸ ਯੂ। ਜੈ ਮਸੀਹ ਦੀ। ਸੋ ਥੈਂਕ ਯੂ ਬ੍ਰਦਰ ਜੀ। ਥੈਂਕ ਯੂ ਜੀ। ਗੋਡ ਬਲੈਸ ਯੂ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੱਦਾਂ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕੀਤਾ, ਔਰ ਕਿੱਦਾਂ ਪਰਮੇਸ਼ਰ ਨੇ ਇਹਨਾਂ ਨੂੰ ਇੱਕ ਬਹੁਤ ਹੀ ਜਿਹੜੀ ਲਾਈਫ ਜਿਹੜੀ ਅੱਜ ਲੋਕ ਚਾਹੁੰਦੇ ਆ ਕਿ ਆਪਾਂ ਉਹ ਲਾਈਫ ਨੂੰ ਜੀਏ, ਉਸ ਲਾਈਫ ਦੇ ਵਿੱਚੋਂ ਪਰਮੇਸ਼ਰ ਇਹਨਾਂ ਨੂੰ ਕੱਢ ਕੇ ਲਿਆਏ ਆ। ਇੱਕ ਬੜੀ ਜੀਵਿਤ ਗਵਾਹੀ ਆ, ਬਹੁਤ ਵੱਡੀ ਜੀਵਿਤ ਗਵਾਹੀ ਆ, ਔਰ ਮੇਰਾ ਵਿਸ਼ਵਾਸ ਹੈ ਕਿ ਇਸ ਗਵਾਹੀ ਦੇ ਦੁਆਰਾ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਲੈ ਕੇ ਆਏਗਾ। ਸਾਰਿਆਂ ਨੂੰ ਜੈ ਮਸੀਹ ਦੀ। तो मेरे प्रिय भाई बहनों, अभी आपने एक बहुत बड़ी अद्भुत गवाही को सुना। तो मेरा विश्वास है इस अद्भुत गवाही के द्वारा परमेश्वर आपके जीवनों में 100 गुना फलों को लेकर आएगा। आप इस अद्भुत गवाही को अपने दोस्तों के साथ और फैमिली मेम्बर्स के साथ शेयर ज़रूर करें, ताकि वो भी जान सके कि परमेश्वर कैसे लोगों के जीवन में अद्भुत कार्य कर रहा है। आप हमारे चैनल को सब्सक्राइब कर लें, ताकि आने वाले दिनों में आप परमेश्वर के और गवाहों के साथ मिल सके। आपको नीचे एक ईमेल आईडी दिखाई दे रही होगी, अगर आप भी हमारे साथ अपनी टेस्टिमनी को शेयर करना चाहते हैं तो आप अपनी डिटेल्स इस ईमेल पर शेयर कर दें, हम आपको कांटेक्ट करेंगे। तो मिलते हैं परमेश्वर के और गवाहों के साथ। सभी को जय मसीह की। ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ।